गोलक चकाउण वाली गल जिहड़ी उन्होंने की है बई गोलक जे गुरुद्वारे विचों चक दी जाए तो बादल गुरुद्वारिਆਂ ਨੂੰ आपे छड्ड जाणगे। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਸਰ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਾਂ ਤਾਂ ਮੁੱਖ ਮੰਤਰੀ ਮਾਨ ਮਾफ़ी ਮੰਗਣ ਤੇ ਨਹੀਂ ਤਾਂ ਕੇਸ ਭੁਗਤਣ ਲਈ ਤਿਆਰ ਰਹਿਣ। मैं समझदा कि टिप्पणी जिहड़ी है ये ढुकवीं टिप्पणी नहीं है कि गुरुद्वारे दे विचों गोलक चक दी जाए। सो गोलक की जिहड़ी एड्डी वड्डी लुੱਟ जिहड़ी मतलब हो रही है, मैं समझदा भगवंत मान ने इहदे विचों ही यह बयान दिता है। गल करिए बेअदबी वाले मसले की गल करिए, उहदे विच कदी श्रोमणी कमेटी के प्रधान ने नहीं कहा कि भगवंत मान जिहड़े हैगे वो तफ्तीश नहीं कर पा रहे तो दोषी जिहड़े सामने नहीं आ रहे, ਉਹਦੇ ਵਿੱਚ ਅਸੀਂ ਧਰਨੇ ਦੇਵਾਂਗੇ, ਉਹਦੇ 'ਚ ਮੈਮੋਰੈਂਡਮ ਦੇਵਾਂਗੇ। ਇਤਿਹਾਸ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਠੀਕ ਨਹੀਂ ਜਾ ਰਹੀ ਗੱਲ। ਇਹ ਸ਼੍ਰੋਮਣੀ ਕਮੇਟੀ ਨੂੰ ਉਸ 'ਤੇ ਬੋਲਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਆ। ਪੰਜਾਬ ਦੀ ਜਨਤਾ ਬੱਚਾ ਜਾਣਦਾ ਹੈ ਕਿ ਸਾਰਾ ਕੁਝ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ, ਉਹਨਾਂ ਦੇ ਲਿਫਾਫੇ ਦੇ ਵਿੱਚੋਂ ਹੀ ਪ੍ਰਧਾਨ ਨਿਕਲਦਾ ਹੈ। ਬੀਬਾ ਹਰਸਿਮਰਤ ਬਾਦਲ ਨੇ ਕਿ ਉਹਨਾਂ ਦਾ ਕੱਖ ਨਾ ਰਹੇ, ਅਤੇ ਮਹਾਰਾਜ ਦੇ ਸਾਹਮਣੇ ਆਪਾਂ ਕਲਾਵਰਤ ਦੀ ਦੇਖੀ ਆ ਵੀ ਕਿਹਦਾ ਕੱਖ ਨਹੀਂ ਰਿਹਾ। ਕੋਹਲੀ ਸਾਹਿਬ ਜੀ ਨੂੰ ਕਰੋੜਾਂ ਦੇ ਹਿਸਾਬ ਨਾਲ ਉਹਨਾਂ ਨੇ ਤਨਖਾਹਾਂ ਦਿੱਤੀਆਂ। ਉਹੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ, ਸੁਖਬੀਰ ਬਾਦਲ ਦਾ ਵੀ ਸਾਰੀ ਮੈਨੇਜਮੈਂਟ ਦਾ ਉਹੀ ਚਾਰਟਰਡ ਅਕਾਊਂਟੈਂਟ ਹੈ। ਤੇ ਦਖਲ ਕਿਵੇਂ ਨਹੀਂ ਹੈ ਜਦੋਂ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਤੇ ਜਨਤਾ ਕਿਵੇਂ ਮੰਨ ਲੇ ਕਿ ਤੁਹਾਡਾ ਦਖਲ ਨਹੀਂ ਹੈ। ਜਿਹੜਾ ਬਾਦਲ ਪਰਿਵਾਰ ਹੈ ਉਹ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖਾਂ ਨੇ ਉਹਨਾਂ ਨੂੰ ਜਦੋਂ ਹਾਸ਼ੀਏ ਤੇ ਲੈ ਗਏ ਹੈ, ਐਕਟ ਪਾਸ ਕਰਕੇ ਉਹ ਸਾਰੀ ਜਿਹੜੀ ਅਧਿਕਾਰ ਹੈ ਚੋਣ ਕਰਾਉਣ ਦੇ ਉਹ ਆਪਣੇ ਹੱਥ 'ਚ ਲੈ ਕੇ ਆਪ ਚੋਣ ਕਰਵਾਵੇ। ਜੇ ਹਰਿਆਣਾ ਕਰ ਸਕਦਾ ਕਿ ਅਸੀਂ ਦਿੱਲੀ ਨੂੰ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਪੰਜਾਬ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰਾਂਗੇ, ਤੇ ਪੰਜਾਬ ਨੂੰ ਕੀ ਦਿੱਕਤ ਹੈ। ਤੇ ਜਦੋਂ ਫਿਰ ਸੰਗਤ ਤੇ ਮਤਲਬ ਬੇਵਸ ਹੋ ਜਾਂਦੀ ਹੈ, ਜਦੋਂ ਤੁਸੀਂ ਕੌਂਸਟੀਟਿਊਸ਼ਨ ਦੇ ਜ਼ੋਰ ਨਾਲ, ਕਾਨੂੰਨ ਦੇ ਜ਼ੋਰ ਨਾਲ ਬੰਦਿਆਂ ਨੂੰ ਉੱਥੇ ਬਿਠਾਈ ਰੱਖਦੇ ਹੋ ਤੇ ਲੰਬਾ ਸਮਾਂ ਉਹ ਕਰਪਸ਼ਨ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਤੇ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਖੇਰੂ ਕਰਨ ਦਾ ਇਹ ਜਿਹੜਾ ਇੱਕ ਬਹੁਤ ਹੀ ਡੂੰਘੀ ਜਿਹੜੀ ਚਾਲ ਹੈ ਉਹ ਚਲਾਈ ਗਈ ਹੈ। ਬੋਲਾ ਪੁਰਾਣੇ ਜਮਾਨੇ 'ਚ ਚੱਲਦਾ ਸੀ ਕਿ ਬਈ ਸਿੱਖਾਂ ਦੇ ਵਿੱਚ ਹੰਨੇ ਮੀਰੀ ਹੋਈ ਪਈ ਹੈ, ਸੋ ਹੰਨੇ ਮੀਰੀ ਕਰਨ ਦੀ ਇਹ ਵੱਲ ਵੱਧ ਰਹੇ। ਕਿ ਨਾਨਕਸ਼ਾਹੀ ਕੈਲੰਡਰ ਜੇ ਨਹੀਂ ਸਹੀ ਰੂਪ 'ਚ ਲਾਗੂ ਹੋ ਰਿਹਾ, ਇਹਦੀ ਵਜ੍ਹਾ ਵੀ ਡੇਰਾਵਾਦੀ ਹੈ। ਦੇਖੋ ਇਹਦੇ ਵਿੱਚ ਬਿਲਕੁਲ ਡੇਰਾਵਾਦੀ ਹੈ ਤੇ ਇਹਦੇ ਤੋਂ ਜਿੰਨੀ ਦੇਰ ਜਲਦੀ ਛੁਟਕਾਰਾ ਮਿਲੇਗਾ ਉਨੀ ਜਲਦੀ ਪੰਥ ਦੀ ਜਿਹੜੀ ਪਟੜੀ 'ਤੇ ਆਏਗੀ ਗੱਡੀ, ਤੇ ਜਿੰਨੀ ਦੇਰ ਫਸੇ ਰਹਿਣਗੇ ਉਹ ਆਪਾਂ ਇੱਦਾਂ ਹੀ ਖੱਜਲ ਖੁਆਰ ਹੁੰਦੇ ਰਹਾਂਗੇ। 5 ਸਾਲਾਂ ਦੇ ਵਿੱਚ ਹੀ ਜਦੋਂ ਉਹਨਾਂ ਦੀ ਹਾਰ ਹੋ ਗਈ ਤੇ ਉਸੀ ਰਾਜੋਵਾਣੇ ਦੀ ਭੈਣ ਜਿਹਦੇ ਖਿਲਾਫ ਉਹਨਾਂ ਨੇ ਆਪਣਾ ਨੁਮਾਇੰਦਾ ਖੜਾਇਆ ਸੀ ਉਹਨੂੰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾ ਲਿਆ, ਤੇ ਇੱਕ ਬੇਅੰਤ ਸਿੰਘ ਮਰਡਰ ਕੇਸ ਦੇ ਜਿਹੜੇ ਅਕਿਊਜ਼ਡ ਹੈਗੇ ਆ ਬੰਦੇ, ਉਹਨਾਂ ਦੀ ਮਤਲਬ ਪਬਲਿਕ ਦੇ ਵਿੱਚ ਜੋ ਉਹਨਾਂ ਦਾ ਇੱਕ ਸਿੰਪਥੀ ਹੈਗੀ ਆ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ। ਜੇ ਬਾਦਲਾਂ ਦੀ ਜਿਹੜੀ ਲੀਡਰਸ਼ਿਪ, ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਉਹ ਗਲਤੀਆਂ ਸੁਧਾਰਨਾ ਚਾਹੁੰਦੀ ਹੈ, ਉਹ ਕਹਿੰਦੇ ਜੇ ਗਲਤੀਆਂ ਸੁਧਾਰ ਰਹੇ ਹਨ ਤਾਂ ਫਿਰ ਇਹਦੇ 'ਚ ਗਲਤ ਗੱਲ ਅਮਰਿੰਦਰ ਜੀ ਕੀ ਹੈ। ਕਾਠ ਦੀ ਹਾਂਡੀ ਇੱਕੋ ਵਾਰੀ ਚੜ੍ਹਦੀ ਹੁੰਦੀ ਹੈ। ਗਲਤੀ ਸੁਧਾਰਨਾ ਮਤਲਬ ਕਿੰਨੀ ਕੁ ਵਾਰੀ ਕਿੰਨੀਆਂ ਗਲਤੀਆਂ ਸੁਧਾਰਨਗੇ ਤੇ ਕਿੰਨੇ ਮੌਕੇ ਦਿੱਤੇ ਜਾਣਗੇ ਇਹਨਾਂ ਨੂੰ। ਆਮਣੇ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਸਾਹ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਸਿੱਖਾਂ ਦੀ ਜਾਣੀ ਪਹਿਚਾਣੀ ਹਸਤੀ। ਪੰਥ ਨਾਲ ਜੁੜੇ ਵੱਡੇ ਮੁੱਦਿਆਂ 'ਤੇ ਕਰਾਂਗੇ ਚਰਚਾ। ਅਮਰਿੰਦਰ ਜੀ, ਸਾਡੇ ਚੈਨਲ ਤੇ ਪੈਨਲ ਤੇ ਆਉਣ ਲਈ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ। ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਅਮਰਿੰਦਰ ਜੀ। ਮਹਿੰਦੀ, ਜਦੋਂ ਆਪਾਂ ਪੰਥਕ ਮੁੱਦਿਆਂ ਦੀ ਗੱਲ ਕਰਦੇ ਹਾਂ, ਪਹਿਲਾ ਸਵਾਲ ਆਪਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈਣਾ ਚਾਹਾਂਗੇ। ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਵੱਲੋਂ ਜਿਹੜਾ ਗੁਰਦੁਆਰਾ ਸਾਹਿਬ ਦੀ ਗੋਲਕ ਨਾਲ ਜੋੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਜਿਹੜਾ ਬਿਆਨ ਉਹਨਾਂ ਦੇ ਮੈਂਬਰਾਂ ਬਾਰੇ ਦਿੱਤਾ ਗਿਆ, ਉਹਦੇ ਨਾਲ ਕਾਫੀ ਪੰਥਕ ਹਲਕਿਆਂ 'ਚ ਵਿਵਾਦ ਸਿਰਦਾ ਨਜ਼ਰ ਆ ਰਿਹਾ। ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਸਰ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਾਂ ਤਾਂ ਮੁੱਖ ਮੰਤਰੀ ਮਾਨ ਮਾफ़ੀ ਮੰਗਣ ਤੇ ਨਹੀਂ ਤਾਂ ਕੇਸ ਭੁਗਤਣ ਲਈ ਤਿਆਰ ਰਹਿਣ। ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਦੇਖੋ ਸਿੱਧੂ ਸਾਹਿਬ, ਗੁਰਦੁਆਰਾ ਸਾਹਿਬ ਦੀ ਜਿਹੜੀ ਮਰਿਆਦਾ ਦਾ ਜਿਹੜਾ ਇਸ਼ੂ ਹੈ ਬੜਾ ਹੀ ਸੈਂਸਿਟਿਵ ਇਸ਼ੂ ਹੈ ਉਹ, ਤੇ ਉਹਦੇ ਉੱਪਰ ਮਤਲਬ ਕਿਸੇ ਵੀ ਵੱਡੇ ਜਿਹੜੇ
ਅਹੁਦੇਦਾਰ ਹੈਗੇ ਆ, ਜਾਂ ਮੁੱਖ ਮੰਤਰੀ ਲਾ ਲਈਏ, ਪ੍ਰਧਾਨ ਮੰਤਰੀ ਲਾ ਲਈਏ, ਹੋਰ ਜਿਹੜੇ ਪਾਵਰ ਗੈਲਰੀ ਦੇ ਵੱਡੇ ਲੋਕ ਹੈ, ਉਹਨਾਂ ਨੂੰ ਸੋਚ ਸਮਝ ਕੇ ਉਸ 'ਤੇ ਟਿੱਪਣੀ ਕਰਨੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਇਹ ਟਿੱਪਣੀ ਜਿਹੜੀ ਹੈ ਇਹ ਢੁੱਕਵੀਂ ਟਿੱਪਣੀ ਨਹੀਂ ਹੈ ਕਿ ਗੁਰਦੁਆਰੇ ਦੇ ਵਿੱਚੋਂ ਗੋਲਕ ਚੱਕ ਦਿੱਤੀ ਜਾਵੇ। ਬੇਸ਼ੱਕ ਉਹਨਾਂ ਦੀ ਭਾਵਨਾ ਜਿਹੜੀ ਹੈ ਗੋਲਕ ਦੇ ਦੁਰਉਪਯੋਗ ਦੀ ਆਪਾਂ ਸਮਝ ਸਕਦੇ ਹਾਂ ਕਿ ਉਸ ਸੰਦਰਭ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਲੇਕਿਨ ਉਹ ਮਤਲਬ ਉਹਨਾਂ ਦਾ ਜਿਹੜਾ ਕਹਿਣ ਦਾ ਲਹਿਜਾ ਹੈਗਾ ਉਹ ਪੰਥਕ ਰਹੁ ਰੀਤਾਂ ਦੇ ਮੁਤਾਬਕ ਨਹੀਂ ਹੈ। ਤੇ ਜੇ ਉਹਨਾਂ ਨੂੰ ਵਾਕਈ ਦਰਦ ਹੈ ਤੇ ਉਹਦੇ ਹੋਰ ਰਸਤੇ ਬਹੁਤ ਹੈਗੇ ਆ ਉਸ ਨੂੰ ਦੂਰ ਕਰਨ ਦੇ। ਤੇ ਭਗਵੰਤ ਮਾਨ ਜੀ ਨੂੰ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਫਿਊਚਰ ਦੇ ਵਿੱਚ ਪੰਥਕ ਇਸ਼ੂਜ਼ ਦੇ ਉੱਪਰ, ਡੈਲੀਕੇਟ ਇਸ਼ੂਜ਼ ਦੇ ਉੱਪਰ ਸੋਚ ਸਮਝ ਕੇ ਟਿੱਪਣੀ ਕਰਨ। ਉਹ ਅਮਰਿੰਦਰ ਜੀ, ਤੁਹਾਨੂੰ ਲੱਗਦਾ ਹੈ ਕਿ ਬਹੁਤ ਕੋਈ ਵੱਡਾ ਮੁੱਦਾ ਨਹੀਂ ਹੈ? ਜਿਸ ਤਰ੍ਹਾਂ ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਮਾਫੀ ਮੰਗਣ ਜਾਂ ਕੇਸ ਭੁਗਤਣ ਲਈ ਤਿਆਰ ਰਹਿਣ, ਕੀ ਇਹ ਵੱਡਾ ਮੁੱਦਾ ਨਹੀਂ ਲੱਗਿਆ ਤੁਹਾਨੂੰ? ਦੇਖੋ, ਮੁੱਦੇ ਤਾਂ ਇਸ ਤੋਂ ਵੀ ਵੱਡੇ ਵੱਡੇ ਬਹੁਤ ਹੈਗੇ ਆ ਜੀ। ਜੇ ਆਪਾਂ ਗੱਲ ਕਰੀਏ ਬੇਅਦਬੀ ਵਾਲੇ ਮਸਲੇ ਦੀ ਗੱਲ ਕਰੀਏ, ਉਹਦੇ ਵਿੱਚ ਕਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਹੀਂ ਕਿਹਾ ਕਿ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਤਫਤੀਸ਼ ਨਹੀਂ ਕਰ ਪਾ ਰਹੇ ਤੇ ਦੋਸ਼ੀ ਜਿਹੜੇ ਆ ਸਾਹਮਣੇ ਨਹੀਂ ਆ ਰਹੇ, ਉਹਦੇ ਵਿੱਚ ਅਸੀਂ ਧਰਨੇ ਦੇਵਾਂਗੇ, ਉਹਦੇ 'ਚ ਮੈਮੋਰੈਂਡਮ ਦੇਵਾਂਗੇ। ਸੋ ਮਹਾਰਾਜ ਦੀ ਬੇਅਦਬੀ ਦੇ ਉੱਪਰ ਤਾਂ ਕੋਈ ਮੁੱਦਾ ਹੈ ਹੀ ਨਹੀਂ ਹੈ। ਉਸ ਦੇ ਉੱਪਰ ਜੇ ਸ਼੍ਰੋਮਣੀ ਕਮੇਟੀ ਨੇ ਚੁੱਪੀ ਧਾਰੀ ਹੋਈ ਹੈ, ਖਾਸ ਕਰਕੇ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕਾਂ ਦੀ 2 ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋ ਗਈ ਸੀ, ਉਹਨਾਂ ਦੇ ਵਿੱਚੋਂ ਵੀ ਜਿਹੜੇ ਉਹਨਾਂ ਦੇ ਵਾਰਸ ਹੈਗੇ ਆ ਉਹ ਉੱਥੇ ਲੰਬੇ ਸਮੇਂ ਤੋਂ ਠੰਡ ਦੇ ਵਿੱਚ ਮੋਰਚਾ ਲਗਾ ਕੇ ਬੈਠੇ ਹੈ। ਤੇ ਭਾਵੇਂ ਗਿਣਤੀ ਘਟ ਜਾਂਦੀ ਹੈ, ਵੱਧ ਜਾਂਦੀ ਹੈ, ਉਹ ਵੱਖਰੀ ਗੱਲ ਹੈ, ਪਰ ਇੱਕ ਜ਼ਿੰਮੇਵਾਰ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ 'ਤੇ ਬਹੁਤ ਵੱਡੀ ਲੰਬੀ ਚੁੱਪੀ ਧਾਰੀ ਹੋਈ ਹੈ। ਇਹ ਜਿਹੜੀ ਹੈ ਇਹ ਖਲਦੀ ਹੈ ਇਹ ਗੱਲ, ਤੇ ਇਹ ਇਤਿਹਾਸ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਠੀਕ ਨਹੀਂ ਜਾ ਰਹੀ ਗੱਲ। ਇਹ ਸ਼੍ਰੋਮਣੀ ਕਮੇਟੀ ਨੂੰ ਉਸ 'ਤੇ ਬੋਲਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਆ। ਬੇਸ਼ੱਕ ਪਿਛੋਕੜ ਦੇ ਵਿੱਚ ਉਹਨਾਂ ਦਾ ਆਪਣਾ ਵੀ ਵਿੱਚ ਰੋਲ ਰਿਹਾ ਹੈ। ਉਸ ਸਾਰੇ ਐਪੀਸੋਡ ਦੇ ਵਿੱਚ ਬਾਦਲ ਪਰਿਵਾਰ ਦੇ ਵਿੱਚ ਉਹਨਾਂ ਦਾ ਸੌਫਟ ਕਾਰਨਰ ਹੈਗਾ। ਉਹ ਸਾਰੀ ਚੀਜ਼ਾਂ ਦੇ ਨੂੰ ਪਾਸੇ ਰੱਖ ਕੇ ਤਾਂ ਵੀ ਸ਼੍ਰੋਮਣੀ ਕਮੇਟੀ ਨੂੰ ਇੱਕ ਘੱਟੋ ਘੱਟ ਇੱਕ ਮਤਾ ਪਾ ਕੇ ਜ਼ਰੂਰ ਪੰਜਾਬ ਸਰਕਾਰ ਨੂੰ ਇਹ ਕਰਨੀ ਚਾਹੀਦੀ ਹੈ ਮੰਗ। ਤੁਹਾਡਾ ਨਜ਼ਰੀਆ ਰਹਿ ਹੋ ਸਕਦੀ ਹੈ ਅਮਰਿੰਦਰ ਜੀ, ਪਰ ਇਸ ਮੁੱਦੇ ਤੇ ਮੈਂ ਤੁਹਾਡੇ ਜਵਾਬ ਨਾਲ ਇਤਫਾਕ ਨਹੀਂ ਰੱਖਦਾ, ਕਿਉਂਕਿ ਬਾਰ-ਬਾਰ ਆਪਾਂ ਜਦੋਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਐਸਜੀਪੀਸੀ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਉਹ ਕਹਿੰਦੇ ਫਿਰ ਕਿਉਂ ਬਾਰ-ਬਾਰ ਬਾਦਲਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਂਦਾ ਹੈ? ਦੇਖੋ, ਕਹਿਣ ਨੂੰ ਇਹ ਗੱਲਾਂ ਬੜੀਆਂ ਸੌਖੀਆਂ ਕਿ ਵੀ ਉਹ ਕਹਿੰਦੇ ਆ, ਐਦਾਂ ਨਹੀਂ ਕਹਿੰਦੇ ਆ ਉਹ ਤਾਂ। ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਬੀਬਾ ਹਰਸਿਮਰਤ ਬਾਦਲ ਨੇ ਕਿ ਉਹਨਾਂ ਦਾ ਕੱਖ ਨਾ ਰਹੇ, ਤੇ ਮਹਾਰਾਜ ਦੇ ਸਾਹਮਣੇ ਆਪਾਂ ਕਲਾ ਵਰਤਦੀ ਦੇਖੀ ਆ ਵੀ ਕਿਹਦਾ ਕੱਖ ਨਹੀਂ ਰਿਹਾ। ਸੋ ਕਹਿਣਾ ਔਰ ਕਥਨੀ ਔਰ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਖੁਦ ਪਾਵਰ ਦੇ ਵਿੱਚ ਸੀਗੇ ਕਿਵੇਂ ਜੋਰਾ ਸਿੰਘ ਕਮਿਸ਼ਨ ਨੂੰ ਉਹਨਾਂ ਨੇ ਮਤਲਬ ਹਰਾਸ਼ ਕੀਤਾ ਜਾਂ ਉਹਦੀ ਰਿਪੋਰਟ ਲੈਣ ਤੋਂ ਨਾ ਕੀਤੀ, ਪੁਲਿਸ ਨੂੰ ਅਣਪਛਾਤੀ ਕਹਿ ਕੇ FIRਾਂ ਕੱਟੀਆਂ ਗਈਆਂ। ਤੇ ਕਿਉਂਕਿ ਬੇਅਦਬੀ ਖਾਲੀ ਇੱਦਾਂ ਬੇਅਦਬੀ ਨਹੀਂ ਹੋਈ, ਬੇਅਦਬੀ ਪੋਸਟਰ ਲਗਾ ਕੇ ਹੋਈ ਹੈ। ਵੱਡਾ ਮੁੱਦਾ ਹਾਂ, ਪਹਿਲਾਂ ਪੋਸਟਰ ਲਾ ਕੇ ਪੂਰੀ ਸਿੱਖ ਜਗਤ ਨੂੰ ਚੈਲੰਜ ਕੀਤਾ ਗਿਆ ਕਿ ਤੁਹਾਡਾ ਗੁਰੂ ਜਿਹੜਾ ਅਸੀਂ ਚੱਕ ਲਿਆ, ਤੁਹਾਡੇ 'ਚ ਹਿੰਮਤ ਹੈ ਤਾਂ ਛੁਡਾ ਲਓ। ਉਸ ਤੋਂ ਬਾਅਦ ਬੇਅਦਬੀ ਕੀਤੀ ਗਈ ਹੈ। ਤੇ ਉਹ ਸਾਰੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਆ ਪ੍ਰਕਾਸ਼ ਸਿੰਘ ਬਾਦਲ ਹੈ ਉਸ ਦੌਰ ਦੇ ਵਿੱਚ, ਤੇ ਜਿਹੜੇ ਹੋਮ ਮਿਨਿਸਟਰ ਹੈ ਉਹ ਸੁਖਬੀਰ ਬਾਦਲ ਹੈਗੇ ਹੈ, ਤੇ DGP ਜਿਹੜੇ ਆ ਸੁਮੇਧ ਸੈਣੀ ਹੈ। ਤੇ ਇਸ ਸੰਦਰਭ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕੁਛ ਨਾ ਕੁਛ ਜ਼ਰੂਰ ਬੋਲਣਾ ਚਾਹੀਦਾ ਹੈ, ਨਹੀਂ ਤੇ ਇਹ ਮਤਲਬ ਜਿਹੜਾ ਹੋਰ ਮਜ਼ਬੂਤ ਹੁੰਦੀ ਹੈ ਗੱਲ ਕਿ ਬਈ ਬਾਦਲਾਂ ਦੀ ਹੀ ਕਮੇਟੀ ਹੈਗੀ ਹੈ। ਅਮਰਿੰਦਰ ਜੀ, ਜਿੱਥੋਂ ਤੱਕ ਅਕਾਲੀ ਦਲ ਦੀ ਲੀਡਰਸ਼ਿਪ ਦਾ ਸਵਾਲ ਹੈ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰ-ਬਾਰ ਇਹ ਗੱਲ ਕਹਿੰਦੇ ਕਿ ਸਾਡਾ ਤਾਂ ਇਹਨਾਂ ਮਾਮਲਿਆਂ 'ਚ ਕੋਈ ਦਖਲ ਹੀ ਨਹੀਂ ਹੈ। ਦੇਖੋ ਸਿੱਧੂ ਸਾਹਿਬ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਪਰ ਪੰਜਾਬ ਦੀ ਜਨਤਾ ਬੱਚਾ ਜਾਣਦਾ ਹੈ ਕਿ ਸਾਰਾ ਕੁਝ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ, ਉਹਨਾਂ ਦੇ ਲਿਫਾਫੇ ਦੇ ਵਿੱਚੋਂ ਹੀ ਪ੍ਰਧਾਨ ਨਿਕਲਦਾ ਹੈ। ਜੇਕਰ ਆਪਾਂ ਕਾਨੂੰਨੀ ਤੌਰ ਦੀ ਗੱਲ ਕਰੀਏ ਤੇ ਉਹ ਵੱਡੇ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਤਿੰਨੋਂ ਬੰਦੇ ਇਸ ਗੱਲ ਦੇ ਉੱਪਰ ਕੋਰਟ ਦੇ ਵਿੱਚ ਜ਼ਮਾਨਤ ਲੈ ਕੇ ਆਏ ਹੋਏ ਆ ਕਿ 2-2 ਸੰਵਿਧਾਨ ਜਿਹੜੇ ਦਿੱਤੇ ਹੋਏ ਆ ਅਕਾਲੀ ਦਲ ਨੇ। ਇੱਕ ਸੰਵਿਧਾਨ ਗੁਰਦੁਆਰਿਆਂ ਦਾ ਵੱਖਰਾ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ, ਇੱਕ ਸੰਵਿਧਾਨ ਜਿਹੜਾ ਹੈਗਾ ਉਹਨਾਂ ਨੇ ਦੂਸਰੀ ਜਨਰਲ ਇਲੈਕਸ਼ਨ ਲਈ ਦਿੱਤਾ। ਸੋ 2 ਸੰਵਿਧਾਨਾਂ ਦੇ ਕੇਸ 'ਚ ਉਹ ਜ਼ਮਾਨਤ ਤੇ ਹੈਗੇ ਆ। ਇਸ ਤੋਂ ਵੀ ਅੱਗੇ ਜੇ ਆਪਾਂ ਗੱਲ ਕਰੀਏ ਤੇ PTC ਚੈਨਲ ਦੇ ਖਿਲਾਫ ਜਥੇਦਾਰ ਸਾਹਿਬ ਨੇ ਹੁਕਮਨਾਮਾ ਦਿੱਤਾ ਹੋਇਆ, ਹੁਕਮ ਕੀਤਾ SGPC ਨੂੰ ਕਿ ਤੁਸੀਂ ਆਪਣਾ ਚੈਨਲ ਚਲਾਓ, ਲੇਕਿਨ ਉਹ SGPC ਦੀ ਇੰਨੀ ਹਿੰਮਤ ਨਹੀਂ ਪੈ ਰਹੀ ਕਿ ਬਈ ਉਹ ਆਪਣਾ ਚੈਨਲ ਚਲਾ ਲਵੇ। ਤੇ ਇਸ ਤੋਂ ਵੀ ਅੱਗੇ ਚੱਲੀਏ ਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ
ਚਾਰਟਿਡ ਅਕਾਊਂਟੈਂਟ ਉਹਨਾਂ ਨੇ ਲਾਇਆ ਸੀਗਾ ਕੋਹਲੀ ਸਾਹਿਬ ਜਿਹਨੂੰ ਕਰੋੜਾਂ ਦੇ ਹਿਸਾਬ ਨਾਲ ਉਹਨਾਂ ਨੇ ਤਨਖਾਹ ਦਿੱਤੀਆਂ, ਉਹੀ ਜਿਹੜਾ ਚਾਰਟਿਡ ਅਕਾਊਂਟੈਂਟ ਹੈ ਸੁਖਬੀਰ ਬਾਦਲ ਦਾ ਵੀ ਸਾਰੀ ਮੈਨੇਜਮੈਂਟ ਦਾ ਉਹੀ ਚਾਰਟਿਡ ਅਕਾਊਂਟੈਂਟ ਹੈ। ਤੇ ਦਖਲ ਕਿਵੇਂ ਨਹੀਂ ਹੈ? ਜਦੋਂ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਤੇ ਜਨਤਾ ਕਿਵੇਂ ਮੰਨ ਲੇ ਕਿ ਤੁਹਾਡਾ ਦਖਲ ਨਹੀਂ ਹੈ? ਹੋਰ ਜਿੰਨੇ ਟਰਸਟ ਹੈਗੇ, ਕਾਲਜ ਹੈਗੇ ਆ, ਉਹਨਾਂ ਦੇ ਵਿੱਚ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਟਰਸਟੀ ਨਹੀਂ ਪੈ ਸਕਦਾ। ਸੋ ਇਹ ਸਾਰਾ ਕੁਝ ਦੇਖਦੇ ਹੋਏ ਇਸ ਗੱਲ ਦੇ ਵਿੱਚ ਵਜਨ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅਕਸਰ ਜਿਹੜਾ ਹੈਗਾ SGPC ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੰਥਕ ਹਲਕਿਆਂ ਦੇ ਆਉਂਦੇ ਰਹਿੰਦੇ ਆ, ਉੱਠਦੇ ਰਹਿੰਦੇ ਆ। ਜਿਹੜਾ ਹੈਗਾ ਜਿਵੇਂ ਇਹ ਗੱਲ ਕਰਾਂ ਕਿ ਇੱਕ ਨੁਕਤਾ ਜਿਹੜਾ ਕੀ ਹੋ ਸਕਦਾ ਇਹੋ ਜਿਹਾ ਜਿਹਦੇ ਨਾਲ SGPC ਦੇ ਵਿੱਚ ਸੁਧਾਰ ਹੋ ਸਕਦਾ, ਸਿਸਟਮ ਸੁਧਰ ਸਕਦਾ, ਕੋਈ ਹੈ ਇਹੋ ਜਿਹਾ ਨੁਕਤਾ? ਦੇਖੋ, ਜੇ ਆਪਾਂ ਗੁਰਦੁਆਰਾ ਐਕਟ ਦੀ ਗੱਲ ਕਰੀਏ ਤਾਂ ਗੁਰਦੁਆਰਾ ਐਕਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤੇ ਮੁਕੰਮਲ ਡਾਕੂਮੈਂਟ ਹੈਗਾ, ਤੇ ਉਸ ਦੇ ਹਿਸਾਬ ਨਾਲ ਜੇ ਸਾਰਾ ਕੰਮ ਹੋਵੇ ਤੇ ਕਾਫੀ ਕੁਝ ਰਿਡਰੈਸਲ ਸਿੱਖ ਪੰਥ ਦੀ ਭਾਵਨਾਵਾਂ ਦਾ ਉਹਦੇ ਵਿੱਚੋਂ ਹੋ ਸਕਦਾ ਹੈ। ਤੇ ਜੇ ਆਪਾਂ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਭਗਵੰਤ ਮਾਨ ਨੇ ਜੋ ਟਿੱਪਣੀ ਕੀਤੀ ਹੈ, ਉਹਨਾਂ ਦੀ ਜੇ ਮਨਸ਼ਾ ਦੀ ਗੱਲ ਕਰੀਏ, ਜੋ ਵਾਕਈ ਸੁਧਾਰ ਚਾਹੁੰਦੇ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾ ਦੇਣ। ਉਹ ਸੈਂਟਰ ਤੇ ਦਬਾਅ ਪਾਉਣ ਕਿ ਬਈ ਚੋਣ ਕਰਵਾਈ ਜਾਵੇ, ਕਿਉਂਕਿ 11 ਸਾਲ ਹੋ ਚੁੱਕੇ ਹੈ। ਤੇ ਗੋਲਕ ਚਕਾਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਬਈ ਗੋਲਕ ਦੇ ਗੁਰਦੁਆਰੇ 'ਚ ਵਿੱਚੋਂ ਚੱਕ ਦਿੱਤੀ ਜਾਵੇ ਤੇ ਬਾਦਲ ਗੁਰਦੁਆਰਿਆਂ ਨੂੰ ਆਪੇ ਛੱਡ ਜਾਣਗੇ, ਉਹ ਭਾਵਨਾ ਕੁਝ ਵੀ ਹੋਵੇ, ਉਸ ਦੇ ਨਾਲੋਂ ਬੈਟਰ ਇਹ ਹੋਏਗਾ ਕਿ ਉਹ ਚੋਣ ਕਰਵਾਉਣ। ਤੇ ਚੋਣ ਕਰਾਉਣਗੇ ਤੇ ਲੋਕਾਂ ਦੀ ਜਿਹੜੀ ਆਪਣੀ ਰਾਏ ਆ ਦੁਬਾਰਾ ਨਵੇਂ ਸਿਰੋਂ ਆ ਜਾਏਗੀ ਸਾਹਮਣੇ। ਤੇ ਜੇ ਬਾਦਲਾਂ ਨੂੰ ਹੀ ਲੋਕੀ ਚਾਹਣਗੇ ਤੇ ਉਹ ਆ ਜਾਣਗੇ, ਜੇ ਕਿਸੇ ਹੋਰ ਨੂੰ ਚਾਹਣਗੇ ਤੇ ਨਵੇਂ ਬੰਦੇ ਆ ਜਾਣਗੇ। ਤੇ ਉਹਦੇ ਨਾਲ ਮੈਂ ਸਮਝਦਾ ਕਿ ਕਾਫੀ ਜਿਹੜਾ ਹੈਗਾ ਸੁਧਾਰ ਦੀ ਸੰਭਾਵਨਾ ਸੁਧਰ ਸਕਦਾ ਹੈ। ਮੈਨੂੰ ਦੀ ਸਿਸਟਮ ਸੁਧਰਨ ਦੀ ਆਪਾਂ ਗੱਲ ਕਰਦੇ ਹਾਂ, SGPC ਦੇ ਜਨਰਲ ਇਲੈਕਸ਼ਨ ਦੀ ਗੱਲ ਕਰਦੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ SGPC ਦੀ ਜਿਹੜੀਆਂ ਜਨਰਲ ਇਲੈਕਸ਼ਨਸ ਹੈਗੀਆਂ ਉਹ ਜਿਹੜਾ ਕੇਂਦਰ ਹੈਗਾ ਗ੍ਰਹਿ ਮੰਤਰਾਲਾ ਉਹਦੇ ਵੱਲੋਂ ਕਰਵਾਈਆਂ ਜਾਣਗੀਆਂ। ਹੁਣ ਪਿਛਲੇ ਲੰਬੇ ਸਮੇਂ ਤੋਂ SGPC ਦੀਆਂ ਇਲੈਕਸ਼ਨਸ ਜਿਹੜੀਆਂ ਨਹੀਂ ਹੋਈਆਂ, ਉਹਦੇ ਕਰਕੇ ਵੀ ਇੱਕ ਵੱਡੀ ਵਜ੍ਹਾ ਹੋ ਸਕਦੀ ਹੈ। ਇਹਦੇ ਚੱਲਦਿਆਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ, ਰਾਜਸਥਾਨ ਵਾਲੇ ਆਪਣੀ ਮੰਗ ਕਰ ਰਹੇ ਆ, ਉਸ ਤੋਂ ਪਹਿਲਾਂ ਦਿੱਲੀ ਦੀ ਵੱਖਰੀ ਬਣ ਚੁੱਕੀ ਹੈ। ਕਿ ਉਹੋ ਜਿਹਾ ਸਿਸਟਮ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਹਵਾਲੇ ਹੀ ਹੋਵੇ SGPC ਦੀ ਇਲੈਕਸ਼ਨ ਕਰਾਉਣ ਦਾ ਮਾਮਲਾ? ਦੇਖੋ, ਬਿਲਕੁਲ ਭਗਵੰਤ ਮਾਨ ਜੇ ਵਾਕਈ ਸੰਜੀਦਾ ਹੈਗੇ ਹੈ ਤੇ ਉਹ ਅੱਬਲ ਤਾਂ ਦਿੱਲੀ ਨੂੰ ਦਰਬਾਰ ਨੂੰ ਕਹਿਣ ਕਿ ਦੀ ਕਮੇਟੀ ਦੀਆਂ ਚੋਣਾਂ ਕਰਵਾਓ। ਜੇਕਰ ਨਹੀਂ ਕਰਵਾਉਂਦੇ ਤੇ ਭਗਵੰਤ ਮਾਨ ਨੂੰ ਵੀ ਅੱਗੇ ਹੋ ਕੇ ਇਹ ਸਾਰਾ ਮਸਲਾ ਪੰਜਾਬ ਸਰਕਾਰ ਦੇ ਹੱਥ 'ਚ ਲੈ ਲੈਣਾ ਚਾਹੀਦਾ ਤੇ ਮੁੱਖ ਮੰਤਰੀ ਐਕਟ ਪਾਸ ਕਰਕੇ ਉਹ ਸਾਰੀ ਜਿਹੜੀ ਅਧਿਕਾਰ ਹੈ ਚੋਣ ਕਰਾਉਣ ਦੇ ਉਹ ਆਪਣੇ ਹੱਥ 'ਚ ਲੈ ਕੇ ਆਪ ਚੋਣ ਕਰਵਾਵੇ। ਜੇ ਹਰਿਆਣਾ ਕਰ ਸਕਦਾ ਕਿ ਅਸੀਂ ਦਿੱਲੀ ਨੂੰ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਪੰਜਾਬ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰਾਂਗੇ, ਤੇ ਪੰਜਾਬ ਨੂੰ ਕੀ ਦਿੱਕਤ ਹੈ? ਮਨਿੰਦਰ ਜੀ, ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਤੁਹਾਨੂੰ ਲੱਗਦਾ ਕਿ ਜਿੱਦਾਂ ਹਰਿਆਣਾ ਪੈਟਰਨ ਤੇ ਹੋਇਆ, ਪੰਜਾਬ ਦੇ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰੀ ਲਵੇ, ਉਹੀ ਚੋਣਾਂ ਕਰਵਾਏ? ਬਿਲਕੁਲ, ਪੰਜਾਬ ਸਰਕਾਰ ਜਿਵੇਂ ਹਰਿਆਣੇ ਨੇ ਐਕਟ ਪਾਸ ਕੀਤਾ, ਪੰਜਾਬ ਵੀ ਐਕਟ ਪਾਸ ਕਰ ਲਵੇ, ਕਹਿ ਦੇਵੇ ਕਿ ਜੀ ਅਸੀਂ ਆਪਣਾ ਐਕਟ ਬਣਾ ਲਿਆ ਤੇ ਹੁਣ ਅਸੀਂ ਆਪ ਚੋਣਾਂ ਕਰਾਵਾਂਗੇ ਤੇ ਸਾਰੀ ਮੈਨੇਜਮੈਂਟ ਜਿਹੜੀ ਹੈ ਉਹ ਸੁਚੱਜੇ ਤਰੀਕੇ ਨਾਲ ਚੱਲੇਗੀ। ਹਰ 5 ਸਾਲ ਬਾਅਦ ਇਹ ਚੋਣ ਹੋਣ ਲੱਗ ਜਾਏਗੀ ਤੇ ਆਪਣੇ ਆਪ ਸੁਧਾਰ ਆਏਗਾ। ਜੇ ਲੋਕੀ ਪ੍ਰੋਪਰ ਬਿਹੇਵ ਨਹੀਂ ਕਰਨਗੇ ਜਿਹੜੇ ਅਹੁਦੇਦਾਰ ਹੈਗੇ ਤੇ ਲੋਕੀ ਬਦਲ ਦੇਣਗੇ। ਹੁਣ ਤਾਂ ਮਤਲਬ ਸੰਗਤ ਨੂੰ ਬਦਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। 20 ਸਾਲ 25 ਸਾਲ ਹੋ ਗਏ, 12 ਸਾਲ ਹੁਣ ਹੋ ਚੁੱਕੇ ਹੈ ਤੇ ਇਹ ਜਦੋਂ ਫਿਰ ਸੰਗਤ ਤੇ ਮਤਲਬ ਬੇਵਸ ਹੋ ਜਾਂਦੀ ਹੈ, ਜਦੋਂ ਤੁਸੀਂ ਕਨਸਟੀਟਿਊਸ਼ਨ ਦੇ ਜ਼ੋਰ ਨਾਲ, ਕਾਨੂੰਨ ਦੇ ਜ਼ੋਰ ਨਾਲ ਬੰਦਿਆਂ ਨੂੰ ਉੱਥੇ ਬਿਠਾਈ ਰੱਖਦੇ ਹੋ ਤੇ ਲੰਬਾ ਸਮਾਂ ਉਹ ਕਰਪਸ਼ਨ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਤੇ ਹੋਰ ਮਤਲਬ ਜੋ ਮਤਲਬ ਰੋਹ ਰੀਤਾਂ ਹੈਗੀਆਂ ਉਹਨਾਂ ਦੀ ਮਤਲਬ ਧੱਜੀਆਂ ਉਡਾਈਆਂ ਜਾਂਦੀਆਂ। ਉਹ ਸਾਡੇ ਸਾਹਮਣੇ ਆ ਸਾਰੀਆਂ ਗੱਲਾਂ, ਤੇ ਬਦਲ ਕੌਣ ਕਰੇਗਾ ਉਹਨੂੰ? ਕਿਧਰੇ ਸਵਾਲ ਜਿਹੜਾ, ਜਦੋਂ ਆਪਾਂ ਇੱਕ ਸਵਾਲ ਮੈਂ ਇਹ ਵੀ ਲੈਣਾ ਚਾਹਾਂਗਾ, ਹਰਿਆਣਾ ਵਾਲੇ ਕਹਿੰਦੇ ਆ ਕਿ SGPC ਤੋਂ ਅਸੀਂ ਇਸ ਕਰਕੇ ਵੱਖਰਾ, ਹਰਿਆਣਾ ਦੀ ਤੁਸੀਂ ਗੱਲ ਕਰ ਰਹੇ ਹੋ ਵੱਖਰੀ ਬਣੀ ਹੈ। ਕੁਝ ਦਿਨ ਪਹਿਲਾਂ ਰਾਜਸਥਾਨ ਵਾਲਿਆਂ ਨੇ ਆਪਣੇ ਉੱਥੋਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਕਿ ਸਾਡੀ ਵੱਖਰੀ ਕਮੇਟੀ ਬਣਨੀ ਚਾਹੀਦੀ ਹੈ। ਇਹ ਅਲੱਗ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਸਿੱਧੇ ਤੌਰ ਤੇ ਦਖਲ ਹੈ। ਹੁਣ ਜਿਹੜੀਆਂ ਵੱਖ-ਵੱਖ ਇੱਦਾਂ ਚਾਹੇ ਰਾਜਸਥਾਨ ਹੈ, ਹਰਿਆਣਾ ਹੈ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣ ਰਹੀਆਂ, ਕੀ ਵਜ੍ਹਾ ਹੈਗੀ ਹੈ? ਫਿਰ ਇਹ ਜਿਹੜਾ SGPC ਦਾ ਆਪਣਾ ਸਿਸਟਮ ਹੈ, ਨਿਜ਼ਾਮ ਹੈ, ਇਲੈਕਸ਼ਨਸ ਨਹੀਂ ਹੁੰਦੀਆਂ, ਪ੍ਰਬੰਧ ਦੇ ਵਿੱਚ ਖਾਮੀਆਂ, ਉਹਦੀ ਵਜ੍ਹਾ ਕਰਕੇ ਇਹ ਸਥਿਤੀ ਬਣ ਰਹੀ ਹੈ। ਦੇਖੋ ਸਿੱਧੂ ਸਾਹਿਬ, ਸਭ ਤੋਂ ਵੱਡੀ ਵਜ੍ਹਾ ਮੈਂ ਸਮਝਦਾ ਹਾਂ ਕਿ ਜਿਹੜਾ ਹਿੰਦੂ ਰਾਸ਼ਟਰ ਦਾ ਕਨਸੈਪਟ ਜਿਹੜਾ ਹੁਣ ਉੱਭਰ ਕੇ ਆਇਆ ਪਿਛਲੇ ਸਮੇਂ ਦੇ ਵਿੱਚ, ਜਿਹੜਾ ਸਾਹਮਣੇ ਆਇਆ, ਉਹ ਸਾਹਮਣੇ ਹੁਣ ਆਇਆ, ਲੇਕਿਨ ਉਹ 1947 ਤੋਂ ਹੀ ਚੱਲਿਆ ਆ ਰਿਹਾ। ਉਦੋਂ ਉਹ ਜਿਹੜਾ ਗੁਪਤ ਤੌਰ ਦੇ ਉੱਪਰ ਕੰਮ ਕਰ ਰਿਹਾ ਸੀ ਤੇ ਹੁਣ ਉਸ ਨੂੰ ਮਤਲਬ ਸਮਾਂ ਪਾ ਕੇ ਉਸ ਨੂੰ ਸੈਂਟਰ ਸਟੇਜ ਤੇ ਲਿਆਇਆ ਗਿਆ। ਤੇ ਆਪਾਂ ਸਾਰੇ ਡਿਬੇਟਾਂ ਦੇਖਦੇ ਹੀ ਹਾਂ, ਟੈਲੀਵਿਜ਼ਨਾਂ ਤੇ ਸਮਾਚਾਰ ਪੱਤਰਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਹਿੰਦੂ ਰਾਸ਼ਟਰ ਬਣਾਉਣਾ ਸੀ। ਤੇ ਉਹ ਜਿਹੜੀ ਸਾਈਕੀ ਹੈ ਉਹਨਾਂ ਨੇ ਬਾਦਲਾਂ ਦੇ ਰਾਹੀਂ ਇਹ ਸਾਰਾ ਕੰਮ ਕੀਤਾ ਹੈ।
ਉਹਨਾਂ ਨੇ ਉਹਨਾਂ ਨੂੰ ਬਾਦਲਾਂ ਨੂੰ ਉੱਥੇ ਬਿਠਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਨਿਘਾਰ ਤੱਕ ਕਮੇਟੀ ਦਾ ਮਤਲਬ ਵਰਕਿੰਗ ਲੈ ਕੇ ਚਲੇ ਗਏ ਆ ਕਿ ਹਰਿਆਣਾ ਦੇ ਜਿਹੜੇ ਸਿੱਖ ਸੀ ਉਹਨਾਂ ਨੂੰ ਹੋਰ ਰਸਤਾ ਹੀ ਕੋਈ ਨਹੀਂ ਲੱਭਿਆ। ਤੇ ਹੁਣ ਰਾਜਸਥਾਨ ਦੇ ਵਿੱਚ ਇਹ ਮੰਗ ਉੱਠ ਰਹੀ ਹੈ, ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ ਸ਼ਾਇਦ ਹਿਮਾਚਲ 'ਚ ਵੀ ਉੱਠ ਸਕਦੀ ਹੈ, ਉਸ ਤੋਂ ਬਾਅਦ JNK ਦੇ ਵਿੱਚ ਵੀ ਉੱਠ ਸਕਦੀ ਹੈ, ਦਿੱਲੀ ਕਮੇਟੀ ਪਹਿਲਾਂ ਹੀ ਵੱਖਰੀ ਹੈ। ਸੋ ਇੱਕ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਖੇਰੂ ਕਰਨ ਦਾ ਜਿਹੜਾ ਇੱਕ ਬਹੁਤ ਹੀ ਡੂੰਘੀ ਜਿਹੜੀ ਚਾਲ ਹੈ ਉਹ ਚਲਾਈ ਗਈ ਹੈ। ਤੇ ਹੰਨੇ ਮੀਰੀ ਦਾ ਜਿਹੜਾ ਇੱਕ ਮਤਲਬ ਬੋਲਾ ਪੁਰਾਣੇ ਜਮਾਨੇ 'ਚ ਚੱਲਦਾ ਸੀ ਕਿ ਬਈ ਸਿੱਖਾਂ ਦੇ ਵਿੱਚ ਹੰਨੇ ਮੀਰੀ ਹੋਈ ਪਈ ਹੈ। ਸੋ ਹੰਨੇ ਮੀਰੀ ਕਰਨ ਦੀ ਇਹ ਵੱਲ ਵੱਧ ਰਹੇ ਹੈ। ਤੁਹਾਡਾ ਨਜ਼ਰੀਆ ਹੈਗਾ, ਤੁਸੀਂ ਕਹਿ ਰਹੇ ਹੋ ਕਿ ਵੀ ਜਿਸ ਤਰੀਕੇ ਨਾਲ RSS ਦੀ ਦਖਲ ਦੀ ਗੱਲ ਕਰਦੇ ਹਾਂ, ਬਾਦਲਾਂ ਦੀ ਲੀਡਰਸ਼ਿਪ ਜਿਹੜੀ ਉਹ ਦਖਲ ਨੂੰ ਸੱਦਾ ਦੇ ਰਹੀ ਹੈ ਜਾਂ ਕਰਵਾ ਰਹੀ ਹੈ। ਪਰ ਪਿਛਲੇ ਦਿਨਾਂ ਦੀ ਮਿਸਾਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨਾ ਚਾਹਾਂਗਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹਨਾਂ ਵੱਲੋਂ ਭਾਈ ਸਤਵੰਤ ਸਿੰਘ ਦੀ ਜਿਹੜੀ ਬਰਸੀ ਸੀ ਉਸ ਮੌਕੇ ਤੇ ਅਰਦਾਸ ਦਿਵਸ ਦੇ ਵਿੱਚ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਸੁਨੇਹਾ ਦਿੱਤਾ। ਅਕਾਲ ਤਖ਼ਤ ਦੇ ਜਥੇਦਾਰ ਵੀ ਜਿਹੜੇ ਸ਼ਾਮਲ ਹੋਏ, SGPC ਦਾ ਵੀ ਉਹਦੇ 'ਚ ਸਹਿਯੋਗ ਸੀ। ਤਾਂ ਫਿਰ RSS ਦਾ ਦਖਲ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਦਾ ਅਕਾਲੀ ਦਲ ਲੱਗਦਾ ਹੈ ਕਿ ਜਿਹੜੇ ਗਰਮ ਖਿਆਲੀ ਭਾਈਚਾਰਾ ਹੈ ਉਹਦੇ ਨਾਲ ਵੀ ਆਪਣੀ ਸਾਂਝ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਬਈ ਜਿਹੜਾ ਬਾਦਲ ਪਰਿਵਾਰ ਹੈ ਉਹ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖਾਂ ਨੇ ਉਹਨਾਂ ਨੂੰ ਜਦੋਂ ਹਾਸ਼ੀਏ ਤੇ ਲੈ ਗਏ ਹੈ, ਕਿਉਂਕਿ ਵਾਅਦੇ ਤਾਂ ਉਹਨਾਂ ਨੇ ਕੀਤੇ ਸੀ ਕਿ ਅਸੀਂ ਜੋ ਵੀ ਤਸ਼ੱਦਦ ਪੰਜਾਬ ਦੇ ਨੌਜਵਾਨੀ ਤੇ ਪੁਲਿਸ ਨੇ ਕੀਤਾ ਅਸੀਂ ਉਹਦੀ ਤਫਤੀਸ਼ ਕਰਾਵਾਂਗੇ ਅਤੇ ਕਟਹਿਰੇ 'ਚ ਖੜਾਵਾਂਗੇ ਜਿਹੜੇ ਦੋਸ਼ੀ ਹੈ। ਪਰ ਚੋਣ ਜਿੱਤਦੇ ਜਦੋਂ ਉਹਨਾਂ ਕੋਲ ਰਾਜ ਭਾਗ ਆਇਆ ਤੇ ਉਹਨਾਂ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਹੀ ਉੱਚੇ ਅਹੁਦੇ ਦਿੱਤੇ ਤੇ ਉਹਨਾਂ ਦੀ ਪੁਸ਼ਟ ਪਨਾਈ ਕੀਤੀ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਵਕੀਲ ਕਰਕੇ ਦਿੱਤੇ ਉਹਨਾਂ ਨੂੰ ਤੇ ਜਸਟਿਸ ਨੂੰ ਡਿਫੀਟ ਕੀਤਾ ਉਹਨਾਂ ਨੇ, ਮਤਲਬ ਦੂਜੇ ਪਾਸੇ ਹੋ ਗਏ। ਤੇ ਉਹਦੇ ਵਿੱਚ ਆਪਾਂ ਕਿੰਨੇ ਕੁ ਪੁਲਿਸ ਵਾਲਿਆਂ ਦੇ ਨਾਮ ਲਈਏ, ਸੁਮੇਧ ਸੈਣੀ ਸਭ ਤੋਂ ਮਤਲਬ ਅੱਗੇ ਹੈਗੇ ਆ, ਇਜਾਰ ਆਲਮ ਹੈਗੇ ਆ, ਉਮਰਾ ਨੰਗਲ ਹੈਗੇ ਆ, ਹੋਰ ਬੜੀ ਲੰਬੀ ਲਿਸਟ ਹੈ ਉਹ। ਤੇ ਜਦੋਂ ਇੱਕਦਮ ਯੂ ਟਰਨ ਉਹਨਾਂ ਨੇ ਕੀਤਾ ਤੇ ਉਹਦੇ ਵਿੱਚ ਮਤਲਬ ਪੰਜਾਬ ਦੀ ਜਨਤਾ ਜਿਹੜੀ ਆ ਉਹਨਾਂ ਤੋਂ ਔਖੀ ਹੋ ਗਈ। ਹੌਲੇ ਸਮਾਂ ਪਾ ਕੇ ਉਹ ਬਿਲਕੁਲ ਹਾਸ਼ੀਏ ਤੇ ਚਲੇ ਗਏ ਆ ਤੇ ਜਦੋਂ ਉਹਨਾਂ ਦੀ ਜ਼ਮੀਨ ਖੁੱਸ ਗਈ ਹੈ ਹੁਣ ਉਹ ਬਿਲਕੁਲ ਉਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਤੇ ਵਾਪਸ ਉਹ ਇੱਕ ਕਿਸਮ ਦੇ ਮੁੜ ਕੇ ਪੰਥ ਵੱਲ ਆਪਣੇ ਆਪ ਨੂੰ ਸ਼ੋਅ ਕਰਨਾ ਚਾਹ ਰਹੇ ਕਿ ਅਸੀਂ ਵੀ ਪੰਥ ਦੇ ਲੰਬੜਦਾਰ ਹੈਗੇ ਆ। ਤੇ ਇਹਦੇ ਵਿੱਚ ਉਹਨਾਂ ਨੇ ਖਾਲੀ ਇੱਕ ਸਤਵੰਤ ਸਿੰਘ ਦੇ ਤਾਂ ਹੁਣ ਆਇਆ, ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕਾਫੀ ਕੀਤਾ। ਰਾਜੋਆਣੇ ਦੀ ਭੈਣ ਨੂੰ ਉਹਨਾਂ ਨੇ ਚੋਣ ਲੜਵਾਈ ਹੈ ਔਰ ਉਸ ਮਤਲਬ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੀ ਚੋਣ ਦੇ ਵਿੱਚ ਉਹਦੇ ਖਿਲਾਫ ਲੜੇ ਆ। ਮਤਲਬ 5 ਸਾਲਾਂ ਦੇ ਵਿੱਚ ਹੀ ਜਦੋਂ ਉਹਨਾਂ ਦੀ ਹਾਰ ਹੋ ਗਈ ਤੇ ਉਹ ਸੀ ਰਾਜੋਆਣੇ ਦੀ ਭੈਣ ਜਿਹਦੇ ਖਿਲਾਫ ਉਹਨਾਂ ਨੇ ਆਪਣਾ ਨੁਮਾਇੰਦਾ ਖੜਾਇਆ ਸੀ, ਉਹਨੂੰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾ ਲਿਆ। ਤੇ ਇੱਕ ਬੇਅੰਤ ਸਿੰਘ ਮਰਡਰ ਕੇਸ ਦੇ ਜਿਹੜੇ ਅਕਿਊਜ਼ਡ ਹੈਗੇ ਆ ਬੰਦੇ, ਉਹਨਾਂ ਦੀ ਮਤਲਬ ਪਬਲਿਕ ਦੇ ਵਿੱਚ ਜੋ ਉਹਨਾਂ ਦਾ ਇੱਕ ਸਿੰਪਥੀ ਹੈਗੀ ਆ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਉਸ ਦੇ ਬਾਵਜੂਦ ਵੀ ਜਦੋਂ ਸੰਗਤ ਨੇ ਮੂੰਹ ਨਹੀਂ ਲਾਇਆ ਫਿਰ ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਦੇ ਪਰਿਵਾਰ ਦੇ ਵਿੱਚ ਵੀ ਜਾ ਕੇ ਹਾਜ਼ਰੀ ਭਰੀ ਹੈ। ਉਸ ਤੋਂ ਬਾਅਦ ਹੁਣ ਉਹਨਾਂ ਨੇ ਸਤਵੰਤ ਸਿੰਘ ਦੇ ਜਾ ਕੇ ਹਾਜ਼ਰੀ ਭਰ ਰਹੀ ਹੈ ਤੇ ਹੌਲੀ ਜਿਹੜਾ ਉਧਰ ਨੂੰ ਵੱਧ ਰਹੇ ਆ। ਇਹ ਇੱਕ ਸ਼ੋਅ ਕਰਨਾ ਚਾਹ ਰਹੇ ਆ ਕਿ ਮੁੜ ਕੇ ਸਾਨੂੰ ਸੱਤਾ ਦੇ ਦਿਓ, ਅਸੀਂ ਸਭ ਕੁਝ ਕਰਨ ਲਈ ਤਿਆਰ ਹੈ। ਤੇ ਜੇ ਸਮਾਂ ਕਿੱਧਰ ਨੂੰ ਜਾਏਗਾ ਇਹ ਹੁਣ ਇਹਦੇ ਤੇ ਆਪਾਂ ਟਿੱਪਣੀ ਅਜੇ ਨਹੀਂ ਕਰ ਸਕਦੇ। ਜੇ ਬਾਦਲਾਂ ਦੀ ਜਿਹੜੀ ਲੀਡਰਸ਼ਿਪ, ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਉਹ ਗਲਤੀਆਂ ਸੁਧਾਰਨਾ ਚਾਹੁੰਦੀ ਹੈ ਤਾਂ ਉਹ ਕਹਿੰਦੇ ਜੇ ਗਲਤੀਆਂ ਸੁਧਾਰ ਰਹੇ ਹਨ ਤਾਂ ਫਿਰ ਇਹਦੇ 'ਚ ਗਲਤ ਗੱਲ ਅਮਰਿੰਦਰ ਜੀ ਕੀ ਹੈ? ਦੇਖੋ ਸਿੱਧੂ ਸਾਹਿਬ, ਕਾਠ ਦੀ ਹਾਂਡੀ ਇੱਕੋ ਵਾਰੀ ਚੜ੍ਹਦੀ ਹੁੰਦੀ ਹੈ। ਗਲਤੀ ਸੁਧਾਰਨਾ ਮਤਲਬ ਕਿੰਨੀ ਕੁ ਵਾਰੀ ਕਿੰਨੀਆਂ ਗਲਤੀਆਂ ਸੁਧਾਰਨਗੇ ਤੇ ਕਿੰਨੇ ਮੌਕੇ ਦਿੱਤੇ ਜਾਣਗੇ ਇਹਨਾਂ ਨੂੰ। ਜੇ ਮੰਨ ਲਓ ਇੱਕ ਵਾਰੀ ਦੁਬਾਰਾ ਵੀ ਇਹਨਾਂ ਤੇ ਟਰਸਟ ਕਰ ਲਿਆ ਜਾਵੇ, ਸਿੱਖ ਸੰਗਤ ਦੁਬਾਰਾ ਟਰਸਟ ਕਰ ਲੇ, ਪੰਜਾਬ ਦੀ ਜਨਤਾ ਦੁਬਾਰਾ ਟਰਸਟ ਕਰ ਲੇ, ਇਹ ਮੁੜ ਕੇ ਫਿਰ ਸੁਮੇਧ ਸੈਣੀ ਗਰੁੱਪ ਨੂੰ ਲੈ ਆਣ, ਕਿਉਂਕਿ ਇਹ ਤਾਂ ਬਾਹਰ ਤਾਂ ਕੋਈ ਨਹੀਂ ਨਾ ਹੈ। ਮਨਿੰਦਰ ਬਿੱਟਾ ਇਹਨਾਂ ਦਾ ਖਾਸ ਯਾਰ ਦੋਸਤ, ਇਹਨਾਂ ਦੇ ਘਰ ਆਣ ਜਾਣਾ ਉਹਦਾ। ਸੋ ਐਸੇ ਬੰਦਿਆਂ ਦੇ ਨਾਲ ਜਦੋਂ ਪੀਂਘਾਂ ਝੂਟਣੀਆਂ ਤੇ ਫਿਰ ਪੰਥ ਨੂੰ ਤਾਂ ਮਤਲਬ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦੀ ਇੱਕ ਉਹ ਹੈਗੀ ਹੈ। ਤੇ ਚਿਹਰਾ ਮੈਂ ਸਮਝਦਾ ਚਿਹਰੇ ਬਦਲਣੇ ਪੈਣਗੇ ਤਾਂ ਕਿਤੇ ਅਕਾਲੀ ਦਲ ਦੇ ਵਿੱਚ ਥੋੜ੍ਹਾ ਬਹੁਤਾ ਕੋਈ ਸਕੋਪ ਹੈਗਾ। ਇਹਨਾਂ ਦੇ ਉੱਪਰ ਛੇਤੀ ਕੀਤੇ ਪੰਜਾਬ ਦੀ ਜਨਤਾ ਜਿਹੜੀ ਉਹ ਇਤਬਾਰ ਨਹੀਂ ਕਰੇਗੀ, ਮੇਰਾ ਇਹ ਆਪਣਾ ਪਰਸਨਲ ਮੰਨਣਾ ਹੈ। ਪੰਥਕ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਨਾਨਕਸ਼ਾਹੀ ਕੈਲੰਡਰ ਆਪਾਂ ਪਿਛਲੇ ਦਿਨਾਂ ਦੇਖਿਆ ਵੀ ਇਸ ਮਾਮਲੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਰਾਏ ਜਿਹੜੀ, ਇੱਕ ਤਾਂ ਇਹ ਆ ਰਿਹਾ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਉਹਦੀ ਰਿਪੋਰਟ ਜਨਤਕ ਕੀਤੀ ਜਾਵੇ। ਦੂਜਾ ਇਹ ਵੀ ਹੈ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਅਮਰਿੰਦਰ ਜੀ ਜਿਸ ਤਰੀਕੇ ਨਾਲ ਜਿਹੜਾ ਗਾ ਸ਼ਹੀਦੀ ਦਿਹਾੜਾ ਦਿਨ ਸੀਗੇ, ਉਹਨਾਂ ਦਿਨਾਂ ਦੇ ਵਿੱਚ ਹੀ ਪ੍ਰਕਾਸ਼ ਪੁਰਬ ਵੀ ਆਇਆ, ਉਸ ਨੂੰ ਲੈ ਕੇ ਵੀ ਪੰਥਕ ਹਲਕਿਆਂ 'ਚ ਕਾਫੀ ਵਿਵਾਦਤ ਇਸ਼ੂ ਹੈਗੇ ਆ ਕਿ ਇਸ ਮਸਲੇ ਨੂੰ ਆਖਰ ਕਿਉਂ ਨਹੀਂ ਹੱਲ ਕੀਤਾ ਜਾਂਦਾ। ਦੇਖੋ ਸਿੱਧੂ ਸਾਹਿਬ, ਉਹਦੇ ਵਿੱਚ ਵੀ ਮੈਂ ਸਮਝਦਾ ਕਿ ਬਈ ਜਿਹੜੀ ਬਾਦਲ ਪਰਿਵਾਰ ਦੇ ਕੁਝ ਮੈਂਬਰਾਂ ਦੀ ਜਿਹੜੀ ਸੋਚ ਹੈ ਉਹ ਜਿਹੜੀ ਉਹਨਾਂ ਦੀ ਇੱਕ ਮਤਲਬ ਡੇਰੇਦਾਰਾਂ ਦਾ ਜਿਹੜਾ ਇਨਫਲੂਐਂਸ ਹੈਗਾ ਉੱਥੇ, ਕਿ ਡੇਰੇਦਾਰਾਂ ਦੇ ਉਹ ਪੈਰੋਕਾਰ ਮੰਨੇ ਜਾਂਦੇ ਆ ਤੇ ਉਸ ਡੇਰੇ ਦਾ ਵੱਡਾ ਮੈਂ ਸਮਝਦਾ ਕਿ ਇਹਦੇ ਵਿੱਚ ਰੋਲ ਹੈਗਾ ਕਿ ਉਹ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਕਤਲ ਕਰਾਇਆ ਗਿਆ
ਇੱਥੋਂ ਤੱਕ ਕਿ ਬਈ ਬਾਦਲ ਪਰਿਵਾਰ ਦੇ ਵਿੱਚ ਉੱਗੇ ਮੈਂਬਰਾਂ ਨੇ ਸਾਰੇ ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰਾਂ ਨੂੰ ਫੋਨ ਕੀਤੇ ਕਿ ਬਈ ਇਸ ਨਾਨਕਸ਼ਾਹੀ ਕੈਲੰਡਰ ਦੇ ਨੂੰ ਰੱਦ ਕਰਨ ਲਈ ਤੁਸੀਂ ਸਾਰਾ ਮਤਾ ਪਾਣਾ ਹੈ, ਤੇ ਉਹਨਾਂ ਨੂੰ ਮਤਲਬ ਦਬਾਅ ਪਾ ਕੇ ਦੱਸਿਆ ਗਿਆ ਵੀ ਤੁਸੀਂ ਸਾਡੇ ਹੀ ਬੰਦੇ ਹੋ, ਅਸੀਂ ਤੁਹਾਨੂੰ ਇੱਥੇ ਬਿਠਾਇਆ ਹੋਇਆ ਤੇ ਇਹਨੂੰ ਰੱਦ ਕਰੋ, ਆਫੀਸ਼ੀਅਲੀ ਰੱਦ ਕਰੋ। ਤੇ ਇਹਦੇ ਵਿੱਚੋਂ ਮਤਲਬ ਵੱਡਾ ਕਿਓਸ ਇੱਕ ਪੂਰੇ ਸਿੱਖ ਜਗਤ ਦੇ ਵਿੱਚ ਆਪਾਂ ਦੇਖਣ ਨੂੰ ਮਿਲ ਰਿਹਾ ਸਾਨੂੰ। ਆਪਾਂ ਰੀਸੈਂਟਲੀ ਗੱਲ ਕਰੀਏ ਪਿਛਲੇ 10 ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਉਧਰ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਛੋਟੇ ਸਾਹਿਬਜ਼ਾਦਿਆਂ ਦਾ, ਤੇ ਵਿੱਚੇ ਹੀ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਨਿਕਲ ਰਿਹਾ ਤੇ ਪ੍ਰਕਾਸ਼ ਪੁਰਬ ਆਇਆ ਹੋਇਆ। ਸੋ ਐਸਾ ਇੱਕ ਕੰਟਰੋਡਿਕਸ਼ਨ ਪੈਦਾ ਕਰ ਦਿੱਤੀ ਹੈ, ਮਤਲਬ ਸੰਗਤ ਨੂੰ ਸਮਝ ਨਹੀਂ ਲੱਗ ਰਹੀ ਕਿ ਬਈ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਕਿ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਵਿੱਚ ਖੁਸ਼ੀਆਂ ਖੇੜੇ ਦੇ ਵਿੱਚ ਉਹ ਸਾਰਾ ਕੁਝ ਕਰੀਏ। ਡੇਰਾਵਾਦ ਦੀ ਕਾਫੀ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਨਾਨਕਸ਼ਾਹੀ ਕੈਲੰਡਰ ਜੇ ਨਹੀਂ ਸਹੀ ਰੂਪ 'ਚ ਲਾਗੂ ਹੋ ਰਿਹਾ, ਇਹਦੀ ਵਜ੍ਹਾ ਵੀ ਡੇਰਾਵਾਦ ਹੀ ਹੈ? ਦੇਖੋ ਇਹਦੇ ਵਿੱਚ ਬਿਲਕੁਲ ਡੇਰਾਵਾਦ ਹੀ ਹੈ। ਮੈਂ ਇਹਦੇ ਪਿੱਛੇ ਕੋਈ ਰਾਜਨੀਤੀ ਹੈ? ਰਾਜਨੀਤੀ ਨਹੀਂ ਆ, ਰਾਜਨੀਤੀ ਤਾਂ ਖੈਰ ਸਾਰੇ ਦੇ ਪਿੱਛੇ ਹੈਗੀ ਉਹ ਹੈ, ਉਹਨਾਂ ਦੀ ਇੱਕ ਸ਼ਰਧਾ ਹੈ ਡੇਰੇ ਦੀ। ਉਹ ਸਮਝਦੇ ਆ ਇਸੇ ਡੇਰੇ ਨੇ ਸਾਨੂੰ ਸਭ ਕੁਝ ਦਿੱਤਾ। ਉਹ ਡੇਰੇਦਾਰ ਜਿਹੜਾ ਹੈਗਾ ਉਹ ਸਾਰਾ ਮਤਲਬ ਸਟੀਅਰਿੰਗ ਦੇ ਉੱਪਰ ਬੈਠ ਕੇ ਸਾਰੀ ਇੱਧਰ ਉੱਧਰ ਗੱਡੀ ਦੇ ਟੱਕਰਾਂ ਮਾਰਦੇ ਆ, ਜਦੋਂ ਮਤਲਬ ਅਣਜਾਣ ਡਰਾਈਵਰ ਜਦੋਂ ਬੈਠ ਜਾਂਦਾ, ਉਹ ਪੋਜੀਸ਼ਨ ਪੰਥ ਦੀ ਮਤਲਬ ਬਣੀ ਹੋਈ ਹੈ। ਤੇ ਇਹਦੇ ਤੋਂ ਜਿੰਨੀ ਦੇਰ ਜਲਦੀ ਛੁਟਕਾਰਾ ਮਿਲੇਗਾ ਉਨੀ ਜਲਦੀ ਪੰਥ ਦੀ ਜਿਹੜੀ ਪਟੜੀ ਤੇ ਆਏਗੀ ਗੱਡੀ, ਤੇ ਜਿੰਨੀ ਦੇਰ ਫਸੇ ਰਹਿਣਗੇ ਉਹ ਆਪਾਂ ਇੱਦਾਂ ਹੀ ਖੱਜਲ ਖੁਆਰ ਹੁੰਦੇ ਰਹਾਂਗੇ। ਮੈਨੂੰ ਤਾਂ ਜੀ ਡੇਰਾਵਾਦ ਦਾ ਤੁਸੀਂ ਜ਼ਿਕਰ ਕੀਤਾ ਹੈ, ਇੱਕ ਵੱਡਾ ਮੁੱਦਾ ਪੰਜਾਬ 'ਚ ਇਹਨਾਂ ਦਿਨਾਂ 'ਚ ਧਰਮ ਪਰਿਵਰਤਨ ਨੂੰ ਲੈ ਕੇ ਵੀ ਹੈ। ਖਾਸ ਤੌਰ 'ਤੇ ਕ੍ਰਿਸਚੀਅਨਟੀ ਆਪਾਂ ਗੱਲ ਕਰ ਲਈਏ, ਜਿਹੜਾ ਈਸਾਈ ਧਰਮ ਹੈਗਾ ਉਸ ਨੂੰ ਲੈ ਕੇ ਵੀ ਕਾਫੀ ਵੱਡੀ ਪੱਧਰ 'ਤੇ ਪਸਾਰਾ। ਪਰ ਜਿੱਥੋਂ ਤੱਕ ਸਵਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਜ਼ਿਕਰ ਕਰ ਰਹੇ ਹੋ, ਬਹੁਤ ਅਦਾਰੇ ਹੈ, ਕਾਲਜ ਹੈ, ਸਕੂਲ ਹੈ ਚਲਾਏ ਜਾ ਰਹੇ, ਉਹ ਕਿਉਂ ਨਹੀਂ ਅਕਸਰ ਫਿਰ ਆਪਣੇ ਧਰਮ ਦਾ ਜਿਹੜਾ ਪਸਾਰ ਕਰ ਸਕੇ? ਕਿਉਂ ਇਸ ਦੌਰ ਦੇ ਵਿੱਚ ਵੀ ਸਾਨੂੰ ਕਿਸੇ ਹੋਰ ਧਰਮ ਤੋਂ ਖਤਰਾ ਨਜ਼ਰ ਆਇਆ ਜਿਹੜਾ ਕਿ ਪਿਛਲੀਆਂ ਪੀੜ੍ਹੀਆਂ 'ਚ ਕਦੇ ਸ਼ਾਇਦ ਨਹੀਂ ਆਇਆ ਹੋਵੇਗਾ? ਦੇਖੋ ਸਿੱਧੂ ਸਾਹਿਬ, ਤੁਸੀਂ ਬੜਾ ਇੰਟਰਸਟਿੰਗ ਸਵਾਲ ਇਹ ਕੀਤਾ ਹੈ। ਜਿੱਥੋਂ ਤੱਕ ਧਰਮ ਪਰਿਵਰਤਨ ਦੀ ਗੱਲ ਹੋ ਰਹੀ ਹੈ, ਈਸਾਈਆਂ ਦੇ ਪ੍ਰਚਾਰ ਦੀ ਗੱਲ ਹੋ ਰਹੀ ਹੈ, ਈਸਾਈ ਧਰਮ ਪੰਜਾਬ ਦੇ ਵਿੱਚ ਉਦੋਂ ਵੀ ਕੋਈ ਥ੍ਰੈਟ ਨਹੀਂ ਬਣਿਆ ਜਦੋਂ ਈਸਾਈਆਂ ਦਾ ਰਾਜ ਸੀ। ਮੇਰੀ ਕਹਿਣ ਤੋਂ ਮੁਰਾਦ ਅੰਗਰੇਜ਼ ਦਾ ਰਾਜ ਸੀ। ਉਦੋਂ ਵੀ ਈਸਾਈ ਧਰਮ ਜਿਹੜਾ ਹੈਗਾ ਪੰਜਾਬ ਦੇ ਸਿੱਖਾਂ ਨੂੰ ਕੋਈ ਥ੍ਰੈਟ ਨਹੀਂ ਬਣਿਆ, ਲੇਕਿਨ ਅੱਜ ਉਹਨੂੰ ਥ੍ਰੈਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਸਲੀ ਥ੍ਰੈਟ ਮੈਂ ਸਮਝਦਾ ਕਿ ਜਿਹੜੀ ਜ਼ਿਆਦਾ ਕਨਵਰਸ਼ਨ ਹੋ ਰਹੀ ਹੈ ਉਹ ਜਿਹੜਾ ਸ਼ਡਿਊਲ ਕਾਸਟ ਹਿੰਦੂ ਹੈ ਜਿਹੜਾ ਉਹ ਜ਼ਿਆਦਾ ਮਤਲਬ ਅਪਰੈਸਡ ਹੈਗਾ ਤੇ ਉਹ ਉਧਰ ਜਾ ਰਿਹਾ। ਤੇ ਉਹ ਵੀ ਮਤਲਬ ਮੈਂ ਸਮਝਦਾ ਕਿ ਜਿਹੜਾ ਇੱਕ RSS ਦਾ ਏਜੰਡਾ ਕਿ ਵੀ ਸਾਡਾ ਵੱਡਾ ਜਿਹੜਾ ਤਬਕਾ ਜਿਹੜਾ ਸਾਡੇ ਗੁਲਾਮ ਹੈ ਉਹ ਈਸਾਈ ਬਣ ਰਹੇ ਆ, ਉਸ ਨੂੰ ਹਾਈਲਾਈਟ ਕਰਕੇ ਸਿੱਖਾਂ ਨੂੰ ਰੋਕਣਾ ਚਾਹੁੰਦੇ ਆ, ਉਹਨੂੰ ਰੋਕ ਕੇ ਸਿੱਖਾਂ ਨੂੰ ਉਹਦੇ 'ਚ ਫਸਾਇਆ ਜਾ ਰਿਹਾ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਸਕੂਲਾਂ ਕਾਲਜਾਂ ਦੀ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਸਕੂਲ ਚੱਲ ਰਹੇ ਹੈ ਉਹਨਾਂ ਦੇ ਵਿੱਚ ਬਹੁਤੇ ਸਾਰਿਆਂ ਦੇ ਵਿੱਚ ਮੁਲਾਜ਼ਮਾਂ ਨੂੰ 6-6 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਤੇ ਇਸ ਧਰਮ ਪਰਿਵਰਤਨ ਨੂੰ ਰੋਕਣ ਲਈ 100 ਕਰੋੜ ਰੁਪਈਆ ਧਾਮੀ ਸਾਹਿਬ ਨੇ ਕੇਵਲ ਬਾਰਡਰ ਬੈਲਟ ਦੇ ਉੱਪਰ ਪਿੰਡਾਂ ਦੇ ਵਿੱਚ ਜਾ ਕੇ ਸੁਖਬੀਰ ਬਾਦਲ ਦੇ ਕਹਿਣ ਤੇ ਪੰਚਾਇਤਾਂ ਨੂੰ ਦਿੱਤਾ ਕਿ ਇਸ ਪੰਚਾਇਤ ਨੂੰ ਦੇ ਦਿਓ, ਇਹਨੂੰ ਦੇ ਦਿਓ, ਉਹਨੂੰ ਦੇ ਦਿਓ, ਜਿਹਦੇ ਵੱਲ ਉਹ ਇਸ਼ਾਰਾ ਕਰਦੇ ਸੀ ਉਹਨੂੰ ਉਹ ਦਿੱਤਾ ਗਿਆ ਕਿ ਬਈ ਬੈਨਰ ਇਹ ਰੱਖਿਆ ਗਿਆ ਕਿ ਪਾਸਟਰਾਂ ਦੇ ਖਿਲਾਫ ਪ੍ਰਚਾਰ ਕਰਨਾ ਹੈ, ਪਰ ਉਹਦਾ ਮਕਸਦ ਜਿਹੜਾ ਸੀ ਉਹ ਹੋਰ ਸੀ। ਸੋ ਗੋਲਕ ਦੀ ਜਿਹੜੀ ਐਡੀ ਵੱਡੀ ਲੁੱਟ ਜਿਹੜੀ ਮਤਲਬ ਹੋ ਰਹੀ ਹੈ, ਮੈਂ ਸਮਝਦਾ ਭਗਵੰਤ ਮਾਨ ਨੇ ਇਹਦੇ ਵਿੱਚੋਂ ਹੀ ਇਹ ਬਿਆਨ ਦਿੱਤਾ ਹੈ, ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਹਦੀ ਆਡੀਟਰ ਵੀ ਹੈਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿਹੜੇ ਖਾਤੇ ਹੈਗੇ ਆ ਉਹਦੀ ਜਿਹੜਾ ਆਡਿਟ ਹੈਗਾ ਉਹ ਸਰਕਾਰੀ ਚਾਰਟਰਡ ਅਕਾਊਂਟੈਂਟ ਕਰਦਾ ਹੈ। ਸੋ ਉਹਦੇ ਕੋਲ ਰਿਪੋਰਟਾਂ ਬਹੁਤ ਹੈ ਵੀ ਕਿਸ ਤਰੀਕੇ ਦੇ ਨਾਲ ਗੋਲਕ ਦਾ ਮਿਸਯੂਜ਼ ਹੋ ਰਿਹਾ। ਸੋ ਮੈਂ ਸਮਝਦਾ ਉਸ ਸੰਦਰਭ ਦੇ ਵਿੱਚ ਹੀ ਉਹਨਾਂ ਨੇ ਗੱਲ ਕੀਤੀ ਹੈ, ਪਰ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਸਹੀ ਨਹੀਂ ਹੈ। ਉਹ ਗੋਲਕ ਚੱਕਣ ਦੀ ਗੱਲ ਨਹੀਂ ਹੈ, ਉਹ ਤਾਂ ਮੈਨੇਜਮੈਂਟ ਜਿਹੜੀ ਕਰ ਰਹੀ ਹੈ ਬੰਦੇ ਉਹਨਾਂ ਨੂੰ ਬਦਲਣ ਦੀ ਗੱਲ ਹੈ। ਇੱਕ ਸਵਾਲ ਅਮਰਿੰਦਰ ਜੀ ਦੇ ਨਾਲ ਜੁੜਿਆ ਮੈਂ ਦਰਸ਼ਕਾਂ ਦੀ ਜਾਣਕਾਰੀ ਲੈਣਾ ਚਾਹਾਂਗਾ। ਆਪਾਂ ਧਰਮ ਪਰਿਵਰਤਨ ਦੀ ਈਸਾਈ ਧਰਮ ਦੀ ਗੱਲ ਕਰਦੇ ਹਾਂ। ਸਵਾਲ ਇਹ ਹੈ ਕਿ ਜੇ ਆਪਾਂ ਕ੍ਰਿਸਚੀਅਨ ਜਿਹੜੇ ਅਦਾਰੇ ਵਿਦਿਅਕ ਅਦਾਰੇ ਉਹਨਾਂ ਦੀ ਗੱਲ ਕਰੀਏ, ਉਹਨਾਂ 'ਚ ਇੱਕ ਰੇਸ਼ੋ ਹੁੰਦੀ ਹੈ ਕਿ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਮੁਫਤ ਜਿਹੜੀ ਵਿੱਦਿਆ ਦਾ ਉਹਨਾਂ ਨੇ ਇੰਤਜ਼ਾਮ ਕੀਤਾ ਕਿ ਤੁਸੀਂ ਸਾਡਾ ਧਰਮ ਅਡਾਪਟ ਕਰੋ ਤਾਂ ਤੁਹਾਨੂੰ ਮੁਫਤ ਸਿੱਖਿਆ ਦੀ ਸਹੂਲਤ ਦਿੱਤੀ ਜਾਏਗੀ। ਕੀ ਜਿਹੜਾ ਹੈਗਾ ਗਰੀਬ ਪਰਿਵਾਰ ਹੈ, ਸਿੱਖ ਗਰੀਬ ਪਰਿਵਾਰ ਹੈ, ਉਹਨਾਂ ਦੇ ਬੱਚਿਆਂ ਲਈ ਤਾਂ ਘੱਟੋ ਘੱਟ ਜਿਹੜੀ ਹੈਗੀ ਹੈ SGPC ਦੇ ਅਦਾਰੇ 'ਚ ਕਾਲਜ ਹੈ, ਸਕੂਲ ਹੈ, ਉੱਥੇ ਮੁਫਤ ਵਿੱਦਿਆ ਦਾ ਪ੍ਰਬੰਧ ਹੋਵੇ ਤਾਂ ਸ਼ਾਇਦ ਨੌਬਤ ਹੀ ਨਾ ਆਵੇ ਇੱਦਾਂ ਦੀ ਇੱਕ ਨਵਾਂ ਮੈਸੇਜ, ਨਵਾਂ ਸੁਨੇਹਾ ਜਾਏ। ਸਿੱਧੂ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਹ ਮੈਂ ਜਿਵੇਂ ਕਿਹਾ ਕਿ ਇਸ ਨੂੰ ਸਿਰਫ ਹਾਈਲਾਈਟ ਕੀਤਾ ਜਾ ਰਿਹਾ। ਗਰੀਬ ਪਰਿਵਾਰਾਂ ਨੂੰ ਫ੍ਰੀ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਹੈਗਾ ਉਹ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ 25% EWS ਨੂੰ ਤੁਸੀਂ ਪੜ੍ਹਾਉਣਾ ਹੈ ਤਾਂ ਤੁਹਾਨੂੰ ਜਿਹੜੀ ਹੈ ਰਿਕੋਗਨਾਈਜੇਸ਼ਨ ਮਿਲੇਗੀ ਸਕੂਲ ਨੂੰ। ਜੇ ਤੁਸੀਂ 25% ਨੂੰ ਫ੍ਰੀ ਨਹੀਂ ਪੜ੍ਹਾ ਰਹੇ
ਤੇ ਉਹ ਤੁਹਾਡੀ ਰੈਕੋਗਨਾਈਜੇਸ਼ਨ ਜਿਹੜੀ ਹੈ ਰੱਦ ਹੋ ਨਹੀਂ ਜਾਏ। ਦੇਗਾ। ਤੇ ਉਹਦੇ ਵਿੱਚ ਹੁਣ ਉਹ 25% ਜਿਹੜੇ ਸਿਲੈਕਟ ਕਰਨੇ ਆ ਕਿ ਵਾਕਈ ਗਰੀਬ ਕੌਣ ਹੈ। ਜੇ ਉਹ ਅਕਾਲੀ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਹੀ ਗਰੀਬ ਬਣਾ ਕੇ ਪੜ੍ਹਾਈ ਜਾ ਰਹੇ ਆ ਉੱਥੇ, ਹੈ ਕਿ ਅਜੇ ਕਿ ਹੈ ਗਰੀਬ ਨਹੀਂ ਆ ਉਹ, ਲੇਕਿਨ ਸਿਰਫ ਇੱਕ ਫ੍ਰੀ ਐਜੂਕੇਸ਼ਨ ਲੈਣ ਲਈ ਹਕੀਕਤ ਦੇ ਵਿੱਚ ਜਿਹੜੇ ਅਸਲੀ ਸਿੱਖ ਗਰੀਬ ਹੈਗੇ ਆ ਉਹ ਬਾਹਰ ਬੈਠੇ ਆ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਜਦੋਂ ਕਿ ਇਹ ਜਿਹੜੀ ਮਤਲਬ ਬੇਨਿਯਮੀਆਂ ਹੋ ਰਹੀਆਂ ਤੇ ਕ੍ਰਿਸਚਨ ਨੂੰ ਤੁਸੀਂ ਕਹਿ ਰਹੇ ਹੋ ਉਹ 25 ਦੀ ਥਾਂ 40 ਪੜ੍ਹਾ ਦਿੰਦੇ ਆ ਸਰ ਫ੍ਰੀ। ਇਹਦੇ ਚੋਂ ਵੱਡਾ ਸਵਾਲ ਇੱਕ ਇਹ ਵੀ ਨਿਕਲਦਾ ਹੈ, ਐਸਜੀਪੀਸੀ ਦੇ ਆਪਾਂ ਪ੍ਰਬੰਧ ਦੀ ਗੱਲ ਕਰ ਰਹੇ ਹਾਂ, ਦੇਖੋ ਬਹੁਤ ਵੱਡੀ ਗਿਣਤੀ 'ਚ ਸਾਡਾ ਮਜ਼ਬੂਤ ਭਾਈਚਾਰਾ ਹੈ, ਵਿਦੇਸ਼ਾਂ 'ਚ ਬੈਠਾ, ਵੱਖ-ਵੱਖ ਮੁਲਕਾਂ 'ਚ ਬੈਠਾ ਹੈ। ਹੁਣ ਸਰਕਾਰਾਂ ਜਿਹੜੀਆਂ ਹੈਗੀਆਂ ਸੱਦੇ ਦਿੰਦੀਆਂ, ਚਾਹੇ ਕੇਂਦਰ ਦੀ ਗੱਲ ਕਰ ਲਈਏ, ਚਾਹੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਜੀ ਸਾਡੇ ਆ ਕੇ ਇੱਥੇ ਪਿੰਡਾਂ ਨੂੰ ਸੰਭਾਲੋ, ਸਾਡੇ ਆ ਕੇ ਸਕੂਲਾਂ ਨੂੰ ਸੰਭਾਲੋ। ਕੀ ਜਿਹੜਾ ਇਹੋ ਜਿਹਾ ਸੱਦਾ ਐਸਜੀਪੀਸੀ ਵੱਲੋਂ ਨਹੀਂ ਦਿੱਤਾ ਜਾ ਸਕਦਾ ਕਿ ਸਾਡੇ ਸਕੂਲ ਹੈ, ਕਾਲਜ ਹੈ, ਜਿਹੜੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਹੈ, ਉਹ ਆਓ ਆ ਕੇ ਇਹਨਾਂ ਦਾ ਪ੍ਰਬੰਧ ਸੁਧਾਰੋ, ਤਾਂ ਕਿ ਸਾਡੀਆਂ ਜਿਹੜੀਆਂ ਸਾਡਾ ਭਵਿੱਖ ਵੀ ਸੁਧਰੇ ਤੇ ਸਾਡੇ ਦੇਸ਼ ਤੇ ਪੰਜਾਬ ਦੀ ਜਿਹੜੀ ਹੈਗੀ ਤਰੱਕੀ ਵੀ ਉਹਦੇ ਨਾਲ ਜੁੜੀ ਵੀ ਹੈ। ਸਿੱਧੂ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ। ਮੈਂ ਤੁਹਾਨੂੰ ਇਹਦੇ 'ਚ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਧਾਮੀ ਸਾਹਿਬ ਨੂੰ ਖੁਦ ਇਹ ਸੁਜੈਸ਼ਨ ਦਿੱਤਾ ਕਿ ਜਿਹੜੇ ਤੁਹਾਡੇ ਕੋਲੋਂ ਕਾਲਜ ਨਹੀਂ ਚੱਲ ਰਹੇ, ਜਿਹੜੇ ਘਾਟੇ 'ਚ ਜਾ ਰਹੇ ਹੈ, ਉਹਨਾਂ ਨੂੰ ਤੁਸੀਂ ਫੋਰਨ ਦੇ ਵਿੱਚ ਜਿਹੜੇ ਸਿੱਖ ਬੈਠੇ ਆ, ਆਪਣਾ NRI ਡਾਇਸਪੋਰਾ ਬੈਠਾ ਹੈ ਇੰਨਾ ਵੱਡਾ, ਉਹਨਾਂ ਨੂੰ ਇੱਕ ਕਾਲਜ ਦੇ ਦਿਓ ਤੇ ਮੈਨੇਜਮੈਂਟ ਦੇ ਵਿੱਚ ਉਹਨਾਂ ਨੂੰ ਬਿਠਾ ਲਓ ਤੇ ਉਹ ਆਪਣੇ ਆਪ ਇਸ ਮੈਨੇਜਮੈਂਟ ਨੂੰ ਵੀ ਠੀਕ ਕਰ ਦੇਣਗੇ ਤੇ ਕਾਲਜਾਂ ਸਕੂਲਾਂ ਨੂੰ ਵੀ ਪੈਰਾਂ ਸਿਰ ਕਰ ਦੇਣਗੇ। ਇੱਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਗੁਰਦੁਆਰੇ ਬਾਹਰ ਵਿਦੇਸ਼ਾਂ ਦੇ ਵਿੱਚ ਹੈਗੇ, ਆਸਟ੍ਰੇਲੀਆ 'ਚ ਹੈਗੇ, USA 'ਚ ਹੈਗੇ, ਕੈਨੇਡਾ 'ਚ ਹੈਗੇ ਆ। 100 ਸਕੂਲ ਉਹਨਾਂ ਨੂੰ ਦਿੱਤਾ ਬਹੁਤ ਹੈ, 100 ਅਦਾਰਿਆਂ ਨੂੰ ਦੇ ਦਿਓ ਤੁਸੀਂ ਤੇ ਉਹ ਸਾਰਾ ਕੁਝ ਹੋ ਸਕਦਾ। ਪਰ ਉਹ ਜਿਹੜਾ ਫਿਰ ਜਕੜ ਕੌਣ ਉਹਨੂੰ ਛੱਡੇਗਾ? ਜਿਹੜੀ ਬਾਦਲਾਂ ਦੀ ਜਕੜ ਹੈ ਉਹ ਕਿਵੇਂ ਢਿੱਲੀ ਹੋਏਗੀ? ਮਸਲਾ ਤਾਂ ਇਹ ਹੈ ਕਿ ਜਿਹੜੇ ਆਪਣੇ ਚਹੇਤੇ ਜਿਹੜੇ ਉੱਥੇ ਭਰਤੀ ਕਰਨੇ ਹੈ, ਜਿਹੜੇ ਕਿ ਮਤਲਬ ਪ੍ਰੋਪਰਲੀ ਕੁਆਲੀਫਾਈਡ ਵੀ ਨਹੀਂ ਹੈ, ਉਹਨਾਂ ਨੂੰ ਤਨਖਾਹਾਂ ਲਈ ਉੱਥੇ ਰੱਖਣਾ ਹੈ, ਉਹ ਚੀਜ਼ ਸਾਰੀ ਖਤਮ ਹੋ ਜਾਏਗੀ ਤੇ ਸਾਰੀ ਜਦੋਂ ਪਾਰਦਰਸ਼ਿਤਾ ਹੋਏਗੀ, ਪ੍ਰੋਪਰ ਮੈਨੇਜਮੈਂਟ ਉਹਨਾਂ ਦੀ ਹੋਏਗੀ ਤੇ ਉਹਨਾਂ ਦਾ ਸਟੈਂਡਰਡ ਵੀ ਉੱਠੇਗਾ, ਲੇਕਿਨ ਆਪਣੀ ਚੌਧਰ ਜਿਹੜੀ ਆ ਉਹ ਜਾਂਦੀ ਲੱਗੇਗੀ। ਦੇਖੋ ਨਾ ਸਥਿਤੀ ਜਿਹੜੀ ਇਸ ਵੇਲੇ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਬਾਹਰਲੀਆਂ ਯੂਨੀਵਰਸਿਟੀਆਂ ਹੈਗੀਆਂ ਵੱਖ-ਵੱਖ ਮੁਲਕਾਂ ਦੀਆਂ, ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਗਈ ਹੈ ਕਿ ਸਾਡੇ ਮੁਲਕ 'ਚ ਆ ਕੇ ਆਪਣੀ ਯੂਨੀਵਰਸਿਟੀਆਂ ਵਿਦਿਅਕ ਅਦਾਰੇ ਖੋਲ੍ਹ ਸਕਦੇ ਆ। ਜੇ ਬਾਹਰਲੀਆਂ ਯੂਨੀਵਰਸਿਟੀਆਂ ਆ ਕੇ ਇੱਥੇ ਖੋਲ੍ਹ ਸਕਦੀਆਂ ਤਾਂ ਸਾਡੇ ਭਾਈਚਾਰੇ ਨਾਲ ਮਿਲ ਕੇ ਜੇ ਚਲਾਇਆ ਜਾਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਅੱਛੇ ਨਤੀਜੇ ਆ ਸਕਦੇ ਆ। ਸਿੱਧੂ ਸਾਹਿਬ ਹੁਣ ਨੂੰ ਸਭ ਕੁਝ ਹੋ ਸਕਦਾ, ਪਰ ਚੌਧਰ ਛੱਡਣੀ ਪਏਗੀ ਇੱਕ ਟੱਬਰ ਦੀ। ਹੁਣ ਨੂੰ ਸਭ ਕੁਝ ਹੋ ਸਕਦਾ, ਸਾਰੇ ਸਿੱਖਾਂ ਦੇ ਅਦਾਰੇ ਪੈਰਾਂ ਸਿਰ ਹੋ ਸਕਦੇ ਆ ਤੇ ਵੱਡਾ ਨਾਮਣਾ ਖੱਟ ਸਕਦੇ ਆ ਤੇ ਪਰ ਉਹ ਹੁਣ ਕਰੇ ਕੌਣ ਉਹਨੂੰ? ਉਹਦੇ ਲਈ ਵੱਡਾ ਹਰਕਿਊਲੀਅਨ ਟਾਸਕ ਹੈਗਾ। ਬਹੁਤ ਅਹਿਮ ਸਵਾਲ ਤੁਸੀਂ ਲੈ ਰਹੇ ਕਰੇ ਕੌਣ ਦੇ ਉੱਤੇ ਹੀ ਮੈਂ ਅਮਰਿੰਦਰ ਜੀ ਸਵਾਲ ਲੈਣਾ ਚਾਹਾਂਗਾ ਕਿ ਦੇਖੋ ਤੁਸੀਂ ਜਨਰਲ ਇਲੈਕਸ਼ਨ ਦੀ ਗੱਲ ਕੀਤੀ, ਐਸਜੀਪੀਸੀ ਦੀਆਂ ਜਨਰਲ ਇਲੈਕਸ਼ਨ ਦੀ ਆਪਾਂ ਗੱਲ ਕਰਦੇ ਹਾਂ, ਵੱਖ-ਵੱਖ ਪੰਥਕ ਧਿਰਾਂ ਮੁਕਾਬਲੇ 'ਚ ਪਹਿਲਾਂ ਵੀ ਆਉਂਦੀਆਂ ਰਹੀਆਂ ਤੇ ਹੁਣ ਜਦੋਂ ਕੱਲ੍ਹ ਨੂੰ ਕਿਸੇ ਵੇਲੇ ਵੀ ਜਨਰਲ ਇਲੈਕਸ਼ਨ ਆਉਂਦੀ ਹੈ, ਇਹ ਇੱਕ ਵੱਡੀ ਗੱਲ ਹੈਗੀ ਹੈ ਕਿ ਪੰਥਕ ਧਿਰਾਂ ਜਿਹੜੀਆਂ ਹੈਗੀਆਂ ਇਸ ਤਬਦੀਲੀ ਦੇ ਲਈ ਸਿਰ ਜੋੜ ਕੇ ਬੈਠ ਸਕਦੀਆਂ। ਕੋਈ ਬਦਲ ਤਾਂ ਆਖਰ ਦੇਗਾ ਨਾ, ਕੌਣ ਦੇਗਾ ਬਦਲ? ਸਿੱਧੂ ਸਾਹਿਬ ਦੇਖੋ ਇਹ ਵੱਡਾ ਮਤਲਬ ਮਸਲਾ ਹੈਗਾ ਕਿ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਜਿਹੜੇ ਪੰਥ ਦੇ ਵਿੱਚ ਵੱਖਰੇ ਵੱਖਰੇ ਧੜੇ ਹੈਗੇ ਆ, ਉਹ ਕਿੰਨੇ ਕੁ ਸੁਹਿਰਦ ਹੈਗੇ ਆ, ਕਿੰਨਾ ਕੁ ਉਹ ਆਪਸ ਦੇ ਵਿੱਚ ਆਪਣਾ ਤਾਲਮੇਲ ਬਿਠਾ ਸਕਦੇ ਆ, ਇਹ ਚੀਜ਼ ਵੱਖਰੀ ਹੈ। ਲੇਕਿਨ ਉਸ ਤੋਂ ਉੱਪਰ ਵੀ ਇੱਕ ਚੀਜ਼ ਹੈਗੀ ਹੈ ਕਿ ਦਿੱਲੀ ਦਰਬਾਰ ਕੀ ਸੋਚ ਰਿਹਾ ਹੈ। ਜੇ ਉਹ ਵਾਪਸ ਬਾਦਲਾਂ ਦੇ ਨਾਲ ਖੜਾ ਹੋ ਜਾਂਦਾ ਆ ਕੇ ਤੇ ਚੋਣ ਹੀ ਉਸ ਵੇਲੇ ਕਰਾਂਦਾ ਹੈ ਜਦੋਂ ਕਿ ਲਾਹਾ ਸਿੱਧਾ ਇਹਨਾਂ ਨੂੰ ਮਿਲ ਰਿਹਾ ਹੈ, ਤੇ ਉਹਦੇ ਵਿੱਚ ਫਿਰ ਸੀਨ ਡਿਫਰੈਂਟ ਹੋ ਜਾਂਦਾ ਹੈ। ਜੇ 5 ਸਾਲ ਬਾਅਦ ਰੈਗੂਲਰ ਚੋਣ ਹੁੰਦੀ ਰਹੇ ਤੇ ਆਪਣੇ ਆਪ 5 ਨਹੀਂ 10 ਸਾਲਾਂ 'ਚ ਚੇਂਜ ਆ ਜਾਏਗੀ। ਪਰ ਉਸ ਚੀਜ਼ ਨੂੰ ਉਹ ਜਿਹੜਾ ਉਹਨਾਂ ਦਾ ਦਖਲ ਹੈ ਦਿੱਲੀ ਦਾ, ਮਤਲਬ ਬੇਲੋੜਾ ਦਖਲ ਜਿਹੜਾ ਹੈਗਾ, ਉਹ ਸਾਰਾ ਪੰਥ ਦੇ ਅਗੇਂਸਟ ਭੁਗਤਦਾ ਹੈ ਤੇ ਉਹਦਾ ਲਾਹਾ ਜਿਹੜਾ ਹੈਗਾ ਇੱਕ ਪਰਿਵਾਰ ਲੈ ਕੇ ਜਾਂਦਾ ਹੈ। ਅਮਰਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਇਹ ਸੰਸਥਾ ਅਮਰਿੰਦਰ ਸਿੰਘ ਜਿਨ੍ਹਾਂ ਨੇ ਪੰਥਕ ਮੁੱਦਿਆਂ ਤੇ ਵੱਡੇ ਖੁਲਾਸੇ ਕੀਤੇ, ਆਪਾਂ ਇਹਨਾਂ ਦੇ ਧੰਨਵਾਦੀ ਹਾਂ। ਤੇ ਦਰਸ਼ਕਾਂ ਦੇ ਲਈ ਵੀ ਸੁਨੇਹਾ ਇੰਜੀ, ਆਪਾਂ ਅਗਲੇ ਹਫ਼ਤੇ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।